हाँ जी, सत श्री अकाल। मैं कुलदीप सिंह सिद्धू ਤੇ ਆਪਾਂ ਸੀਰੀਜ਼ ਸਟਾਰਟ ਕੀਤੀ ਹੋਈ ਹੈ P++ ਦੇ ਜਿੰਨੇ ਵੀ ਪੇਪਰ ਆ ਰਹੇ ਆ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਗ੍ਰੈਂਡ ਸੀਰੀਜ਼ ਸਟਾਰਟ ਕੀਤੀ ਹੈ, ਜਿਹਦੇ ਵਿੱਚ ਆਪਾਂ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਉਸੇ ਲੜੀ ਦੇ ਵਿੱਚ ਹੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੈਪਟਰ 4th ਆਪਰੇਟਿੰਗ ਸਿਸਟਮ ਤੇ ਉਹਦਾ ਵੀ ਬੇਸਿਕ ਲੈਵਲ। ਠੀਕ ਹੈ, ਦੋ ਵੀਡੀਓ ਬਣਾਵਾਂਗੇ ਆਪਾਂ ਆਪਰੇਟਿੰਗ ਸਿਸਟਮ ਤੇ, ਬੇਸਿਕ ਲੈਵਲ ਦੀ ਤੇ ਦੂਜੀ ਮੀਡੀਅਮ ਲੈਵਲ ਦੀ। ਠੀਕ ਹੈ, ਸੋ P++ ਦੇ ਜਿੰਨੇ ਵੀ ਪੇਪਰ ਨੇ ਉਹਨਾਂ ਲਈ ਦੋ ਲੈਵਲ ਸਫੀਸ਼ੀਐਂਟ ਨੇ, ਬੇਸਿਕ ਐਂਡ ਮੀਡੀਅਮ। ਤੇ ਬਹੁਤ ਸਾਰੇ ਪੇਪਰ ਆ ਰਹੇ ਆ, ਜਿਵੇਂ ਲਾਇਬ੍ਰੇਰੀ ਦਾ ਪੇਪਰ ਆ ਰਿਹਾ, ਫੋਰੈਸਟ ਗਾਰਡ ਦਾ ਪੇਪਰ ਹੈ, ਕਲਰਕ ਦਾ ਪੇਪਰ ਹੈ ਤੇ ਫਿਰ ਐਕਸਾਈਜ਼ ਇੰਸਪੈਕਟਰ ਦਾ। ਉਹਨਾਂ ਦੇ ਲਈ ਦੋ ਲੈਵਲ ਸਫੀਸ਼ੀਐਂਟ ਨੇ। ਤੇ ਇੱਕ ਆਪਾਂ ਹਾਰਡ ਲੈਵਲ ਦੀ ਉਹ ਕਦੇ ਫੇਰ ਬਣਾਵਾਂਗੇ ਜੇ ਕੋਈ ਹੋਰ ਪੇਪਰ ਆਇਆ, ਜਿਵੇਂ ਆਪਣੇ ਕੋਲੇ ਪੰਜਾਬ ਪੁਲਿਸ ਦੇ ਪੇਪਰ ਆਏ ਸੀ ਹੁਣੀ, TCS ਨੇ ਲਏ ਸੀ। ਸੋ ਉੱਥੇ ਥੋੜਾ ਜਿਹਾ ਟਫ ਪੁੱਛਿਆ ਜਾਂਦਾ ਹੈ, ਤਾਂ ਦੋ ਲੈਵਲ ਸਫੀਸ਼ੀਐਂਟ ਨੇ। ਤੇ ਜੇਕਰ ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ, ਜਿਵੇਂ ਚੈਪਟਰ ਪਹਿਲਾ, ਦੂਜਾ, ਤੀਜਾ, 8ਵਾਂ ਤੇ 16ਵਾਂ, ਇਹ ਮੈਂ ਆਲਰੇਡੀ ਕਰਵਾ ਚੁੱਕਿਆ। ਇਹਨਾਂ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਤੁਸੀਂ ਉਹ ਜਾ ਕੇ ਜ਼ਰੂਰ ਦੇਖ ਸਕਦੇ ਹੋ, ਕਿਉਂਕਿ ਇਹੀ ਕੁਐਸਚਨ ਨੇ, ਇਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਕੁਐਸਚਨ ਆਉਣਗੇ। ਠੀਕ ਆ, ਸੋ ਇਹ ਮੇਰਾ ਪ੍ਰੋਫਾਈਲ ਹੈ, ਤੁਸੀਂ ਆਲਰੇਡੀ ਜਾਣਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਵਿੰਡੋ ਜਾਂ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਕੀ ਹੁੰਦਾ ਜਾਂ ਵਿੰਡੋ ਕੀ ਹੁੰਦੀ ਹੈ? ਆਪਰੇਟਿੰਗ ਸਿਸਟਮ ਇੱਕ ਸੌਫਟਵੇਅਰ ਹੈ ਕੰਪਿਊਟਰ ਦੇ ਲਈ ਯੂਜ਼ ਕੀਤਾ ਜਾਂਦਾ, ਜਿਹੜਾ ਤੇ ਆਪਾਂ ਕਹਿ ਸਕਦੇ ਹਾਂ ਆਪਰੇਟਿੰਗ ਸਿਸਟਮ ਤੋਂ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ। ਤਾਂ ਕੁਐਸਚਨ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਹੇਠ ਲਿਖਿਆਂ ਚੋਂ ਕਿਹੜੇ ਕੰਪੋਨੈਂਟ ਤੋਂ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ? ਤਾਂ ਆਪਰੇਟਿੰਗ ਸਿਸਟਮ ਤੋਂ ਬਿਨਾ ਕੰਪਿਊਟਰ ਚੱਲ ਨਹੀਂ ਸਕਦਾ। ਠੀਕ ਆ, ਸੋ ਇਹੀ ਹੁੰਦਾ ਮੇਨ ਸੌਫਟਵੇਅਰ ਹੁੰਦਾ ਕੰਪਿਊਟਰ ਦਾ, ਜਿਹਦੇ ਦੁਆਰਾ ਆਪਾਂ ਕੀ ਕਰ ਸਕਦੇ ਹਾਂ, ਹਾਰਡਵੇਅਰ ਤੋਂ ਕੰਮ ਕਰਾ ਸਕਦੇ ਹਾਂ। ਜਾਂ ਕਹਿ ਲਓ ਵੀ ਜਿਹੜਾ ਸੌਫਟਵੇਅਰ ਹੈ ਜਾਂ ਆਪਰੇਟਿੰਗ ਸਿਸਟਮ ਹੈ ਹਨਾ, ਇਹ ਕੀ ਕਰਵਾਉਂਦਾ ਹੈ? ਯੂਜ਼ਰ ਦੇ ਵਾਸਤੇ ਇਹ ਇੰਟਰਫੇਸ ਦਿੰਦਾ ਹੈ। ਕਾਹਦੇ ਵਿੱਚ ਇੰਟਰਫੇਸ ਹੁੰਦਾ ਇਹ? ਯੂਜ਼ਰ ਦੇ ਵਿੱਚ ਤੇ ਹਾਰਡਵੇਅਰ ਦੇ ਵਿੱਚ। ਆਹ ਦੇਖੋ, ਬਹੁਤ ਸਾਰੇ ਯੂਜ਼ਰ ਨੇ ਜਿਹੜੇ ਕੰਪਿਊਟਰ ਦੇ ਨਾਲ ਇੰਟਰੈਕਟ ਕਰਦੇ ਨੇ, ਤੇ ਆਪਰੇਟਿੰਗ ਸਿਸਟਮ ਕੀ ਕੰਮ ਕਰਵਾਊਗਾ? ਹਾਰਡਵੇਅਰ ਤੋਂ ਕੰਮ ਕਰਾਊਗਾ ਸਾਰੇ ਤੋਂ। ਤਾਂ ਆਪਾਂ ਕਹਿ ਸਕਦੇ ਹਾਂ operating system acts as the interface between user and hardware ਵੀ ਹੋ ਸਕਦਾ ਹੈ, ਜਾਂ operating system acts as the interface between hardware and application software। ਸਿਸਟਮ ਸੌਫਟਵੇਅਰ ਕੀ ਹੁੰਦੇ ਨੇ, ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦੇ ਨੇ, ਮੈਂ ਚੈਪਟਰ 2 ਦੇ ਵਿੱਚ ਡਿਸਕਸ ਕੀਤਾ ਹੋਇਆ। ਤਾਂ ਤੁਸੀਂ ਜੇਕਰ ਇਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਇਹ ਵੀਡੀਓ ਦੇਖ ਸਕਦੇ ਹੋ। ਤੇ ਇਹ ਮਤਲਬ ਕਿ ਮੇਨ ਕੰਪੋਨੈਂਟ ਹੁੰਦਾ ਆਪਰੇਟਿੰਗ ਸਿਸਟਮ ਸੌਫਟਵੇਅਰ ਦੇ ਵਿੱਚੋਂ। ਠੀਕ ਹੈ, ਤੇ ਜਿਵੇਂ ਇੱਕ ਦੋ ਟਰਮਾਂ ਹੋਰ ਨੇ, ਬ੍ਰੇਨ ਆਫ ਕੰਪਿਊਟਰ ਕਿਹਨੂੰ ਬੋਲਦੇ ਆ ਆਪਾਂ? CPU ਨੂੰ ਬੋਲਿਆ ਜਾਂਦਾ ਬ੍ਰੇਨ ਆਫ ਕੰਪਿਊਟਰ। ਹਾਰਟ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ? ਇਹ ਵੀ CPU ਨੂੰ ਕਿਹਾ ਜਾਂਦਾ, ਤੀਜੇ ਚੈਪਟਰ ਦੇ ਵਿੱਚ ਵੀ ਆਪਾਂ ਦੇਖ ਚੁੱਕੇ ਹਾਂ। ਸੋਲ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ? ਆਪਰੇਟਿੰਗ ਸਿਸਟਮ ਨੂੰ ਜਾਂ ਸੌਫਟਵੇਅਰ ਨੂੰ। ਠੀਕ ਆ, ਸੋਲ ਆਫ ਕੰਪਿਊਟਰ ਕਿਹਨੂੰ ਕਿਹਾ ਜਾਂਦਾ? ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਜਾਂ ਤਾਂ ਸੌਫਟਵੇਅਰ ਨੂੰ, ਸੌਫਟਵੇਅਰ ਤਾਂ ਇੱਕ ਵੱਡੀ ਟਰਮ ਹੈ ਨਾ, ਤੇ ਸੌਫਟਵੇਅਰ ਦਾ ਹੀ ਕੀ ਬਣਿਆ ਹੁੰਦਾ? ਆਪਰੇਟਿੰਗ ਸਿਸਟਮ ਇੱਕ ਹਿੱਸਾ ਹੈਗਾ। ਤਾਂ ਆਪਰੇਟਿੰਗ ਸਿਸਟਮ ਵੀ ਠੀਕ ਹੈ, ਸੌਫਟਵੇਅਰ ਵੀ ਠੀਕ ਹੈ। ਹੁਣ ਇਸ ਤੋਂ ਬਾਅਦ ਹੈ ਕਿ ਕੰਪਿਊਟਰ ਕਿਹੜੀ ਲੈਂਗੁਏਜ ਸਮਝਦਾ? ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਲੈਂਗੁਏਜ ਅੰਡਰਸਟੈਂਡ ਬਾਈ ਕੰਪਿਊਟਰ। ਤਾਂ ਕੰਪਿਊਟਰ ਇੱਕੋ ਹੀ ਭਾਸ਼ਾ ਸਮਝਦਾ, ਉਹਦੇ ਵੱਖੋ ਵੱਖਰੇ ਨਾਂ ਨੇ, ਬਾਈਨਰੀ ਲੈਂਗੁਏਜ। ਕੰਪਿਊਟਰ ਨੂੰ ਹੋਰ ਕੋਈ ਵੀ ਭਾਸ਼ਾ ਨਹੀਂ ਸਮਝ ਆਉਂਦੀ, ਨਾ ਉਹਨੂੰ C++, ਜਾਵਾ ਕੋਈ ਵੀ ਸਮਝ ਆਉਂਦੀ ਹੈ, ਉਹਨੂੰ ਕੱਲੀ ਬਾਈਨਰੀ ਲੈਂਗੁਏਜ ਸਮਝ ਆਉਂਦੀ ਹੈ। ਇਸੇ ਨੂੰ ਹੀ ਅਸੀਂ ਮਸ਼ੀਨ ਲੈਂਗੁਏਜ ਵੀ ਬੋਲ ਦਿੰਦੇ ਹਾਂ, ਇਸ ਨੂੰ ਹੀ ਆਪਾਂ ਲੋ ਲੈਵਲ ਲੈਂਗੁਏਜ ਵੀ ਬੋਲ ਦਿੰਦੇ ਹਾਂ, 0-1 ਲੈਂਗੁਏਜ ਵੀ ਬੋਲ ਦਿੰਦੇ ਹਾਂ, ਤੇ ਇਹਨੂੰ ਬੇਸ 2 ਜਾਂ 2 ਬਿਟ ਬੇਸ ਵੀ ਬੋਲ ਦਿੰਦੇ ਹਾਂ। ਠੀਕ ਆ, ਹੋਰ ਕੰਪਿਊਟਰ ਨੂੰ ਕੋਈ ਵੀ ਲੈਂਗੁਏਜ ਸਮਝ ਨਹੀਂ ਆਉਂਦੀ, ਯਾਦ ਰੱਖਣਾ। ਹੁਣ ਬੇਸ 2 ਬਿਟ ਵਾਲੀ ਕੀ ਗੱਲ ਹੈ, ਇਹ ਮੈਂ ਤੁਹਾਨੂੰ ਦੱਸਦਾ ਵੀ ਬੇਸ 2 ਕੀ ਹੁੰਦਾ ਹੈ। ਕੰਪਿਊਟਰ ਦੇ ਵਿੱਚ ਆਪਾਂ ਨੂੰ ਪਤਾ 4 ਤਰ੍ਹਾਂ ਦੇ ਨੰਬਰ ਸਿਸਟਮ ਹੁੰਦੇ ਨੇ। ਇੱਕ ਬਾਈਨਰੀ ਨੰਬਰ ਸਿਸਟਮ, ਆਕਟਲ ਨੰਬਰ ਸਿਸਟਮ, ਡੈਸੀਮਲ ਨੰਬਰ ਸਿਸਟਮ ਤੇ ਹੈਕਸਾਡੈਸੀਮਲ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈਗਾ, UGC ਨੈਟ ਦੇ ਵਿੱਚ ਤਾਂ ਇਹਦੇ ਚੋਂ ਵਧੀਆ ਚੰਗੇ ਕੁਐਸਚਨ ਆਉਂਦੇ ਨੇ, ਬਟ ਕੰਪੀਟੀਟਿਵ ਦੇ ਵਿੱਚ ਇੱਕਾ ਦੁੱਕਾ ਕਈ ਵਾਰੀ ਉਹਨੇ ਥੋੜਾ ਜਿਹਾ ਹਟ ਕੇ ਜੇ ਪਾਉਣਾ ਹੋਵੇ ਫਿਰ ਪਾ ਦਿੰਦਾ। ਤਾਂ ਜ਼ਿਆਦਾ ਸਟ੍ਰੈਸ ਟੈਨਸ਼ਨ ਨਹੀਂ ਲੈਣੀ ਇਹਦੀ, ਪਰ ਛੱਡਣਾ ਵੀ ਨਹੀਂ ਹੈਗਾ ਕੰਮ, ਨਾਲ ਨਾਲ ਦੇਖ ਲਓ। ਠੀਕ ਹੈ, 4 ਨੰਬਰ ਸਿਸਟਮ ਨੇ, ਬਾਈਨਰੀ, ਆਕਟਲ, ਡੈਸੀਮਲ, ਹੈਕਸਾਡੈਸੀਮਲ। ਤੇ ਜੇ ਆਪਾਂ ਗੱਲ ਕਰੀਏ ਡਿਜਿਟਸ ਦੀ, ਬਾਈਨਰੀ ਦੇ ਵਿੱਚ 2 ਹੀ ਅੱਖਰ ਹੁੰਦੇ ਨੇ, 0 ਜਾਂ 1। ਆਪਾਂ ਗੱਲ ਕੀਤੀ ਹੈ ਨਾ ਵੀ ਕੰਪਿਊਟਰ ਨੂੰ ਜਿਹੜੀ ਭਾਸ਼ਾ ਸਮਝ ਆਉਂਦੀ ਹੈ, ਮਸ਼ੀਨ ਲੈਂਗੁਏਜ ਜਾਂ ਬਾਈਨਰੀ ਲੈਂਗੁਏਜ ਜਾਂ 0-1 ਵਾਲੀ, ਤਾਂ ਬਾਈਨਰੀ ਦੇ ਵਿੱਚ 2 ਹੀ ਡਿਜਿਟਸ ਹੁੰਦੇ ਨੇ, 0 ਤੇ 1। ਆਕਟਲ ਦੇ ਵਿੱਚ ਹੁੰਦੇ ਨੇ 0 1 2 3 4 5 6 7, ਯਾਨੀ ਕਿ 0 ਤੋਂ 7 ਤੱਕ। ਡੈਸੀਮਲ ਦੇ ਵਿੱਚ 0 ਤੋਂ 9 ਤੱਕ, ਤੇ ਹੈਕਸਾਡੈਸੀਮਲ ਦੇ ਵਿੱਚ 0 ਤੋਂ 9 ਤੱਕ ਐਂਡ A to F। ਤੇ ਜੇ ਆਪਾਂ ਰੇਂਜ ਦੀ ਗੱਲ ਕਰੀਏ
ਤਾਂ ਰੇਂਜ ਹੁੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਕਿੱਥੋਂ ਜਾਂਦਾ ਹੈ ਨਾ। ਜਿਵੇਂ ਆਪਾਂ ਕਹਿ ਦਈਏ ਵੀ ਯਾਰ ਆਪਾਂ ਮੰਡੀ ਜਾਂਦੇ ਹਾਂ, ਸਬਜ਼ੀ ਮੰਡੀ ਹੈ ਨਾ, ਉੱਥੇ ਸਬਜ਼ੀ ਦਾ ਜਿਵੇਂ ਹੁਣ ਅੱਜ ਕੱਲ੍ਹ ਗਾਜਰਾਂ ਸਟਾਰਟ ਹੋਣ ਵਾਲੀਆਂ ਨੇ, ਪਤਾ ਗਾਜਰਾਂ ਦਾ ਕੀ ਰੇਟ ਆ, ਆਪਾਂ ਕਹਿੰਦਾ ਯਾਰ 30 ਤੋਂ ਲੈ ਕੇ 50 ਤੱਕ ਸੀ, ਵੀ 30 ਤੋਂ ਘੱਟ ਨਹੀਂ ਮਿਲੀ ਮੰਡੀ 'ਚ ਤੇ 50 ਤੋਂ ਜ਼ਿਆਦਾ ਨਹੀਂ ਵਿਕੀ। ਤਾਂ ਮਿਨੀਮਮ ਤੋਂ ਮੈਕਸੀਮਮ। ਤਾਂ ਬਾਈਨਰੀ ਦੀ ਰੇਂਜ ਫਿਰ 0 to 1, ਔਕਟਲ ਦੀ ਰੇਂਜ 0 to 7 ਤੇ ਡੈਸੀਮਲ ਦੀ ਰੇਂਜ 0 to 9 ਤੇ ਹੈਕਸਾਡੈਸੀਮਲ ਦੀਆਂ ਦੋ ਰੇਂਜ ਨੇ, ਕਿਉਂਕਿ ਆਹ ਵਾਲੇ ਇਹਦੇ ਵਿੱਚ ਨੂਮੈਰਿਕ ਨੇ, ਇਹ ਕਰੈਕਟਰ ਨੇ, ਹੈ ਨਾ। ਤਾਂ 0 to 9 ਐਂਡ A to F, ਇਹ ਬਹੁਤ ਇੰਪੋਰਟੈਂਟ ਹੈ ਕੁਐਸਚਨ UGC ਦੇ ਪੁਆਇੰਟ ਆਫ ਵਿਊ ਦੇ ਵਿੱਚ ਤਾਂ ਪੁੱਛਿਆ ਗਿਆ, ਇਹਦੇ ਵਿੱਚ ਵੀ ਬਣ ਸਕਦਾ ਜੇ ਕੁਐਸਚਨ ਬਣਿਆ ਹੀ ਬਣੂਗਾ। ਹੈਕਸਾਡੈਸੀਮਲ ਦੀ ਰੇਂਜ ਕੀ ਹੈ? 0 to 9 ਐਂਡ A to F। ਤੇ ਜੇ ਆਪਾਂ ਨੰਬਰ ਆਫ ਡਿਜਿਟਸ ਦੀ ਗੱਲ ਕਰੀਏ, ਬਾਈਨਰੀ ਦੇ ਵਿੱਚ 2 ਹੁੰਦੇ ਨੇ ਕਿਉਂਕਿ ਗਿਣਤੀ ਕਰਨੀ ਹੈ। ਔਕਟਲ ਦੇ ਵਿੱਚ 0 ਤੋਂ 7 ਤੋਂ ਲੈ ਕੇ ਅਸੀਂ 7 ਨਹੀਂ ਕਹਿਣਾ, 8 ਬਣਦੇ ਨੇ ਕਿਉਂਕਿ 0 ਵੀ ਵਿੱਚ ਇਨਕਲੂਡ ਕੀਤਾ ਗਿਆ। ਤਾਂ ਔਕਟਲ ਦੇ ਵਿੱਚ 8, ਡੈਸੀਮਲ ਦੇ ਵਿੱਚ 10 ਤੇ ਹੈਕਸਾਡੈਸੀਮਲ ਦੇ ਵਿੱਚ 16। ਤੇ ਜੇ ਆਪਾਂ ਗੱਲ ਕਰੀਏ ਬੇਸ ਜਾਂ ਰੈਡਿਕਸ, ਬੇਸ ਕੀ ਹੁੰਦਾ? ਕਿਸੇ ਵੀ ਨੰਬਰ ਸਿਸਟਮ ਦੇ ਵਿੱਚ ਜਿੰਨੇ ਨੰਬਰ ਆਫ ਡਿਜਿਟਸ ਅਵੇਲੇਬਲ ਹੁੰਦੇ ਨੇ ਉਹਨੂੰ ਕੀ ਬੋਲਦੇ ਨੇ ਆਪਾਂ? ਬੇਸ ਬੋਲਦੇ ਨੇ। ਹੁਣ ਬਾਈਨਰੀ ਦੇ ਵਿੱਚ 2 ਡਿਜਿਟ ਨੇ ਟੋਟਲ, ਤਾਂ ਇਹਦਾ ਬੇਸ ਜਾਂ ਰੈਡਿਕਸ, ਬੇਸ ਨੂੰ ਹੀ ਰੈਡਿਕਸ ਬੋਲਦੇ ਨੇ ਆਪਾਂ। ਬਾਈਨਰੀ ਦਾ ਬੇਸ 2 ਹੈ, ਔਕਟਲ ਦਾ ਬੇਸ 8 ਹੈ, ਡੈਸੀਮਲ ਦਾ ਬੇਸ ਹੈ ਜਿਹੜਾ 10 ਹੈ ਤੇ ਹੈਕਸਾਡੈਸੀਮਲ ਦਾ ਬੇਸ 16 ਹੈ। ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਯਾਰ ਇੰਨਾ ਕਰਾਉਣ ਦੀ ਲੋੜ ਨਹੀਂ, ਕਿਉਂਕਿ ਮੈਨੂੰ ਜ਼ਿਆਦਾਤਰ ਇਹੀ ਕਿਹਾ ਜਾਂਦਾ ਵੀ ਜਿੱਥੇ ਵੀ ਮੈਂ ਪੜ੍ਹਾਉਂਦਾ ਸੀ ਵੀ ਯਾਰ ਇੰਨਾ ਨਹੀਂ ਕਰਾਉਣ ਦੀ ਲੋੜ ਹੁੰਦੀ ਬੱਚਿਆਂ ਨੂੰ, ਬੱਚੇ ਸਟ੍ਰੈਸ 'ਚ ਆ ਜਾਂਦੇ ਨੇ, ਟੈਨਸ਼ਨ 'ਚ ਆ ਜਾਂਦੇ ਨੇ, ਬੱਚੇ ਕਰਦੇ ਨਹੀਂ। ਮੈਂ ਕਹਿੰਦਾ ਜਿਹੜਾ ਬੰਦਾ ਸਟ੍ਰੈਸ ਟੈਨਸ਼ਨ 'ਚ ਆਉਂਦਾ ਉਹਨੂੰ ਤਿਆਰੀ ਨਹੀਂ ਕਰਨੀ ਚਾਹੀਦੀ, ਠੀਕ ਹੈ। ਸਟ੍ਰੈਸ ਟੈਨਸ਼ਨ ਦੇ ਵਿੱਚ ਕਦੇ ਵੀ ਨਹੀਂ ਆਉਣਾ ਚਾਹੀਦਾ। ਜਿਹੜੀ ਚੀਜ਼ ਪਤਾ ਲੱਗ ਰਹੀ ਹੈ ਉਹਨੂੰ ਸਿੱਖੋ, ਸੁਣੋ। ਇਹ ਕਿਹੜਾ ਸਾਡੇ ਗੋਲੀਆਂ ਮਾਰ ਰਿਹਾ ਹੁਣ ਨੰਬਰ ਸਿਸਟਮ ਨੇ, ਕਿਹੜਾ ਤੁਹਾਡੇ ਗੋਲੀਆਂ ਮਾਰੀਆਂ ਕੱਢ ਕੇ ਵੀ ਇਹ ਕਿਉਂ ਦੱਸਤਾ? ਇਹਦੇ ਨਾਲ ਲੱਗਦੇ ਕੁਐਸਚਨ ਜੇ ਆ ਜਾਣਗੇ ਤਾਂ ਫਿਰ ਅਸੀਂ ਸੋਲਵ ਕਰ ਲਾਂਗੇ, ਫਿਰ ਅਸੀਂ ਬਾਹਰ ਥੋੜੀ ਜਾਣ ਦੇਵਾਂਗੇ ਕੁਐਸਚਨ ਨੂੰ। ਹੁਣ ਦੱਸਦਾ ਇਹਦੇ ਨਾਲ ਦਾ ਕੁਐਸਚਨ ਕਿਵੇਂ ਆ ਸਕਦਾ। ਇੱਕ ਤਾਂ ਡਾਇਰੈਕਟ ਪੁੱਛ ਸਕਦਾ ਵੀ ਕੰਪਿਊਟਰ ਕਿਹੜਾ ਨੰਬਰ ਸਿਸਟਮ ਫੋਲੋ ਕਰਦਾ ਹੈ? ਕੰਪਿਊਟਰ ਬਾਈਨਰੀ ਨੰਬਰ ਸਿਸਟਮ ਫੋਲੋ ਕਰਦਾ ਹੈ ਜਾਂ ਬੇਸ 2 ਵਾਲਾ। ਤੇ ਕਿਉਂ? ਕਿਉਂਕਿ ਇਹ ਲੈਂਗੁਏਜ ਜਿਹੜੀ ਹੈ ਮਸ਼ੀਨ ਲੈਂਗੁਏਜ ਜਾਂ ਬਾਈਨਰੀ ਲੈਂਗੁਏਜ ਫੋਲੋ ਕਰਦਾ ਹੈ। ਦੂਸਰਾ ਇਹ ਪੁੱਛ ਸਕਦਾ ਹੈ ਵੀ 16 ਬਿਟ ਕੰਪਿਊਟਰ ਹੈ ਜਿਹੜਾ 16 ਬਿਟ ਕੰਪਿਊਟਰ ਕਿਹੜਾ ਬੇਸ ਨੰਬਰ ਸਿਸਟਮ ਫੋਲੋ ਕਰੂਗਾ? ਅਲਝਾ ਲਿਆ ਨਾ ਤੁਹਾਨੂੰ। ਕੰਪਿਊਟਰ ਚਾਹੇ 16 ਬਿਟ ਹੋਵੇ, ਚਾਹੇ 8 ਬਿਟ ਹੋਵੇ, ਚਾਹੇ 32 ਬਿਟ ਹੋਵੇ, ਚਾਹੇ 64 ਬਿਟ ਹੋਵੇ, ਚਾਹੇ 128, ਵੈਸੇ 128 ਤੱਕ ਆਇਆ ਨਹੀਂ ਹੈ, 64 ਬਿਟ ਹੀ ਹੈ, ਚਾਹੇ 128 ਬਿਟ ਹੋਵੇ, ਤਾਂ ਕੰਪਿਊਟਰ ਆਲਵੇਜ਼ ਬਾਈਨਰੀ ਨੰਬਰ ਹੀ ਫੋਲੋ ਕਰਦਾ, ਬੇਸ 2 ਹੀ ਫੋਲੋ ਕਰੂਗਾ। ਦੇਖੋ ਇੱਥੇ ਬੜਾ ਮਤਲਬ ਟੇਢਾ ਜਿਹਾ ਪੁਆਇੰਟ ਹੈ। 16 ਬਿਟ ਤੇ ਆਪਾਂ ਆਨਸਰ ਕੀ ਲਾ ਦਿੰਦੇ ਹਾਂ? ਹੈਕਸਾਡੈਸੀਮਲ, ਜਿਹੜਾ ਕਿ ਗਲਤ ਹੈ। ਇਹ ਕੰਪਿਊਟਰ ਦੇ ਵਾਸਤੇ ਇਹੀ ਨੰਬਰ ਸਿਸਟਮ ਹੈ, ਇਹ ਸਾਡੇ ਵਾਸਤੇ ਹੈ, ਇਨਸਾਨਾਂ ਵਾਸਤੇ। ਕਿਉਂਕਿ ਅਸੀਂ ਡੈਸੀਮਲ 'ਚ ਕੰਮ ਕਰਦੇ ਹਾਂ, ਕੰਪਿਊਟਰ ਫਿਰ ਉਹਨੂੰ ਕਨਵਰਟ ਕਰਕੇ ਬਾਈਨਰੀ 'ਚ ਲੈ ਜਾਂਦਾ। ਤਾਂ ਆਪਾਂ ਕਿਸੇ ਵੀਡੀਓ ਦੇ ਵਿੱਚ ਦੇਖਾਂਗੇ ਸਕਾਈ ਫਾਰਮੈਟ ਹੁੰਦਾ ਇੱਕ, ਲਾਇਬ੍ਰੇਰੀ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ। ਕਰੈਕਟਰ ਐਨਕੋਡਿੰਗ ਹੁੰਦੀ ਹੈ। ਜਦੋਂ ਹੀ ਆਪਾਂ ਕੀਬੋਰਡ ਤੋਂ ਕੁਝ ਦੱਬਦੇ ਹਾਂ ਇਹ ਸਾਰੇ ਅੱਖਰ ਲਿਖੇ ਜਾਂਦੇ ਨੇ, ਇੱਕ ਪਾਸੇ ਉਹਦਾ ਡੈਸੀਮਲ ਲਿਖਿਆ ਜਾਂਦਾ, 0 ਤੋਂ ਲੈ ਕੇ 127 ਤੱਕ ਅੱਖਰ ਲਿਖ ਲਏ ਜਾਂਦੇ ਨੇ। ਤਾਂ ਜਿਹੜਾ ਵੱਡਾ A ਹੁੰਦਾ ਉਹਦਾ ਡੈਸੀਮਲ ਇਕੁਇਵਲੈਂਟ 65 ਹੁੰਦਾ ਤੇ B ਦਾ ਡੈਸੀਮਲ ਇਕੁਇਵਲੈਂਟ 66 ਹੁੰਦਾ। ਐਵੇਂ ਹੀ ਛੋਟੀ ABC ਦਾ A ਦਾ ਮੀਨਿੰਗ ਹੁੰਦਾ 97। ਜੇ ਮੈਂ ਲਿਖਦੇ ਆ ABC ਤਾਂ ਮਤਲਬ 65, 66 ਤੇ C ਤੇ 67। ਹੁਣ 65 ਨੂੰ ਬਾਈਨਰੀ 'ਚ ਕਨਵਰਟ ਕਰਨਾ ਕੀ ਔਖਾ? ਦੇਖੋ 64, 32, 16, 8, 4, 2, 1 ਆ ਦੇਖੋ 65 ਬਣ ਗਿਆ, ਅਹੀਂ 66 ਬਣ ਗਿਆ। 1 0 0 ਕਿੰਨੀਆਂ ਜ਼ੀਰੋ ਮੈਂ 3 ਤੇ 2 5 ਤੇ ਆ ਲਓ ਆ 66 ਬਣ ਗਿਆ। ਇਸੇ ਤਰ੍ਹਾਂ ਹੀ ਕੰਪਿਊਟਰ ਹੈ, ਅਸੀਂ ਲਿਖਿਆ ਤਾਂ ਸੀਗਾ ABC, ਉਹ ABC ਦੇ ਇਕੁਇਵਲੈਂਟ ਮੈਪਿੰਗ ਕੀਤੀ ਹੋਈ ਹੈ। ਮੈਪਿੰਗ ਕੌਣ ਪ੍ਰੋਵਾਈਡ ਕਰਦਾ ਹੈ? ਸਕਾਈ। ਸਕਾਈ 7 ਬਿਟ ਦਾ ਵੀ ਹੋ ਸਕਦਾ, 8 ਬਿਟ ਦਾ ਵੀ ਹੋ ਸਕਦਾ। ਜੇਕਰ ਸਕਾਈ 7 ਬਿਟ ਦਾ ਤਾਂ ਮੈਕਸਿਮਮ ਕਰੈਕਟਰ ਕਿੰਨੇ ਰਿਪਰੈਜ਼ੈਂਟ ਕਰਦਾ ਹੈ? 128। ਰੇਂਜ ਕਿੰਨੀ ਹੋ ਜੂ? 0 ਤੋਂ ਲੈ ਕੇ 127 ਤੱਕ। ਜੇਕਰ ਇਹ 8 ਬਿਟ ਦਾ, ਚਲੋ ਮੈਂ ਥੋੜਾ ਜਿਹਾ ਹੋਰ ਢਾਹ ਕੇ ਦੱਸ ਦਿੰਦਾ, ਬੜਾ ਰੌਲਾ ਜਿਹਾ ਪੈ ਗਿਆ। ਸਕਾਈ ਜਿਹੜਾ ਹੈ ਕਰੈਕਟਰ ਐਨਕੋਡਿੰਗ ਟੈਕਨੀਕ ਹੈ, ਇਹ 7 ਬਿਟ ਦਾ ਵੀ ਹੋ ਸਕਦਾ ਹੈ ਕਿ ਐਂ ਕਰਕੇ ਦੱਸਦੇ ਹਾਂ, ਐਂ ਦੱਸ ਦੇਣਾ। ਸਕਾਈ ਹੈ ਜਿਹੜਾ ਵਿੱਚੋਂ ਹੀ ਗੱਲਾਂ ਵਿੱਚੋਂ ਗੱਲ ਛਿੜਪੀ ਸੀ, ਇਹ ਕਰੈਕਟਰ ਐਨਕੋਡਿੰਗ ਟੈਕਨੀਕ ਹੈ, 7 ਬਿਟ ਦਾ ਵੀ ਹੋ ਸਕਦਾ ਤੇ ਇਹ ਐਕਸਟੈਂਡਡ ਹੈ ਜਿਹੜਾ ਉਹ 8 ਬਿਟ ਦਾ ਵੀ ਹੋ ਸਕਦਾ। ਤੇ ਜੇਕਰ 7 ਬਿਟ ਦਾ ਸਕਾਈ ਕੋਡ ਹੈ ਤਾਂ ਇਹਦੇ ਨਾਲ ਮੈਕਸਿਮਮ ਨੰਬਰ ਆਫ ਕਰੈਕਟਰ ਕਿੰਨੇ ਲਿਖ ਸਕਦੇ ਹਾਂ ਆਪਾਂ? 128 ਤੇ 8 ਬਿਟ ਨਾਲ 2 ਦੀ ਪਾਵਰ ਹੀ ਕਰਨਾ ਹੁੰਦਾ, ਬਸ 2 ਦੀ ਪਾਵਰ 7 ਕਰਾਂਗੇ ਤਾਂ 128, ਇੱਧਰ ਕਰ ਦਾਂਗੇ 2 ਦੀ ਪਾਵਰ 8 ਕਿੰਨਾ ਆ ਜਾਊਗਾ? 256।
ਇੰਨੇ ਮੈਕਸੀਮਮ ਕਰੈਕਟਰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਤੇ ਰੇਂਜ ਜੇਕਰ ਆਪਾਂ ਗੱਲ ਕਰ ਲਈਏ, ਰੇਂਜ ਇਹ ਹਮੇਸ਼ਾ ਹੀ 0 ਤੋਂ ਲੈ ਕੇ 1 ਘੱਟ ਤੱਕ ਜਾਂਦੀ ਹੈ। 0 ਤੋਂ 127, 0 ਤੋਂ ਲੈ ਕੇ 255 ਤੱਕ। ਆ ਕੀ ਹੋਇਆ, ਜ਼ਿਆਦਾ ਤਾਂ ਲਿਖਿਆ ਗਿਆ, ਇਹਨੂੰ ਕੀ ਕਰੀਏ, ਇਹਨੂੰ ਹੁਣ ਢਾ ਦਿੰਦੇ। ਚਲੋ 0 ਤੋਂ ਲੈ ਕੇ 255 ਤੱਕ ਇਹ ਰੇਂਜ ਹੁੰਦੀ ਆ। ਕਲੀਅਰ ਹੋਈ ਗੱਲ। ਸੋ ਇਹ ਹੈਗੀ ਆ ਕਰੈਕਟਰ ਐਨਕੋਡਿੰਗ। ਐਵੇਂ ਅਸਕਾਈ ਇਹਦੀ ਐਬਰੀਵੇਸ਼ਨ ਪੁੱਛ ਲੈਂਦਾ, ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਇੱਕ ਇਹਦੇ ਵਰਗਾ ਹੋਰ ਹੁੰਦਾ EBCDIC। ਇਹ ਵੀ ਹੁੰਦਾ ਐਕਸਟੈਂਡਡ ਬਾਈਨਰੀ ਕੋਡ ਡੈਸੀਮਲ ਇੰਟਰਚੇਂਜ ਕੋਡ। ਇਹ 8 ਬਿਟ ਦਾ ਹੁੰਦਾ ਹੈ। ਇੱਕ ਯੂਨੀਕੋਡ ਹੁੰਦਾ ਜਿਹਦੇ ਵਿੱਚ ਜ਼ਿਆਦਾਤਰ ਅੱਜ ਕੱਲ੍ਹ ਕੰਮ ਹੁੰਦਾ ਯੂਨੀਕੋਡ ਦੇ ਵਿੱਚ। ਇਹ ਕਿਸੇ ਵੀ ਭਾਸ਼ਾਵਾਂ ਦੇ ਵਿੱਚ ਜਿੰਨੇ ਅੱਖਰ ਹੁੰਦੇ ਨੇ, ਅਲਫਾਬੈਟ ਹੁੰਦੇ ਨੇ, ਉਹਨਾਂ ਨੂੰ ਇੱਕ ਲਾਈਨ 'ਚ ਲਗਾ ਕੇ ਤੇ ਉਹਦੇ ਇਕੁਇਵਲੈਂਟ ਡੈਸੀਮਲ ਲਿਖਿਆ ਜਾਂਦਾ ਹੈ। ਤੇ ਕੰਪਿਊਟਰ ਉਹ ਡੈਸੀਮਲ ਨੂੰ ਬਾਈਨਰੀ 'ਚ ਕੰਪਿਊਟਰ ਨੂੰ ਕਰਨਾ ਆਉਂਦਾ ਹੀ ਹੈ। ਇਸ ਤਰ੍ਹਾਂ ਕਰਕੇ ਕੰਮ ਚੱਲਦਾ। ਠੀਕ ਹੋਈ ਗੱਲ। ਸੋ ਇਹਦਾ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ, ਲਿਖਣਾ ਲਿਖ ਸਕਦੇ ਹੋ। ਇੰਪੋਰਟੈਂਟ ਹੈ ਗੱਲਾਂ ਇਹ। ਠੀਕ ਆ। ਸੋ ਆਪਾਂ ਗੱਲ ਕਰ ਰਹੇ ਸੀ ਇੱਥੇ ਨੰਬਰ ਸਿਸਟਮ ਦੇ, ਤਾਂ ਇਹਦੇ 'ਚੋਂ ਕੁਐਸਚਨ ਬਿਲਕੁਲ ਬਣ ਸਕਦਾ, ਛੱਡਣਾ ਨਹੀਂ ਇਸ ਨੂੰ। ਠੀਕ ਆ। ਅੱਗੇ ਆਪਾਂ ਗੱਲ ਕਰਦੇ ਹਾਂ ਵੀ ਕੰਪਿਊਟਰ ਦੇ ਵਿੱਚ ਜਿਹਨੂੰ ਸੌਫਟਵੇਅਰ ਲਿਖੇ ਜਾਂਦੇ ਨੇ। ਹੁਣ ਕੰਪਿਊਟਰ ਨੂੰ ਤਾਂ ਸਮਝ ਇਸ ਦੇ ਵਿੱਚ ਆਉਂਦੇ ਨੇ, ਬਾਈਨਰੀ ਲੈਂਗੁਏਜ ਜਿਹਨੂੰ ਆਪਾਂ, ਤੇ ਬਟ ਅਸੀਂ ਲਿਖਦੇ ਹਾਂ ਹਾਈ ਲੈਵਲ ਲੈਂਗੁਏਜ ਦੇ ਵਿੱਚ। ਇਹਨੂੰ ਆਪਾਂ ਬੋਲਦੇ ਹਾਂ ਹਾਈ ਲੈਵਲ ਲੈਂਗੁਏਜ, ਜਿਵੇਂ C ਲੈਂਗੁਏਜ ਦਾ ਪ੍ਰੋਗਰਾਮ ਆ। ਬਟ ਕੰਪਿਊਟਰ ਨੂੰ ਲੋ ਲੈਵਲ ਦੇ ਵਿੱਚ ਸਮਝ ਆਉਂਦੇ ਆ। ਸਾਨੂੰ ਲੋ ਲੈਵਲ ਨਹੀਂ ਸਮਝ ਆਉਂਦੀ, ਹੈ ਨਾ, ਸਾਨੂੰ ਆਹ ਭਾਸ਼ਾ ਨਹੀਂ ਸਮਝ ਆਉਂਦੀ। ਤਾਂ ਹੁਣ ਕੀ ਆ, ਕੋਈ ਵੀ ਪ੍ਰੋਗਰਾਮ ਜਿਹੜਾ ਹਾਈ ਲੈਵਲ 'ਚ ਲਿਖਿਆ ਜਾਊਗਾ, ਫਿਰ ਇੱਕ ਟਰਾਂਸਲੇਟਰ ਨਾਮ ਦਾ ਪ੍ਰੋਗਰਾਮ ਹੋਊ ਜਿਹੜਾ ਹਾਈ ਲੈਵਲ ਨੂੰ ਕਾਹਦੇ 'ਚ ਕਨਵਰਟ ਕਰ ਦੂਗਾ, ਲੋ ਲੈਵਲ ਦੇ ਵਿੱਚ ਕਨਵਰਟ ਕਰ ਦੂਗਾ। ਇਹਨੂੰ ਸੋਰਸ ਕੋਡ ਬੋਲਦੇ ਆ ਆਪਾਂ, ਤੇ ਜਿਹੜਾ ਲੋ ਲੈਵਲ ਦਾ ਇਹਨੂੰ ਆਬਜੈਕਟ ਕੋਡ, ਐਗਜ਼ੀਕਿਊਟੇਬਲ ਕੋਡ ਜਾਂ ਮਸ਼ੀਨ ਕੋਡ ਬੋਲਿਆ ਜਾਂਦਾ, ਹੈ ਨਾ। ਤਾਂ ਹੁਣ ਕੰਪਿਊਟਰ ਦੇ ਵਿੱਚ ਸੌਫਟਵੇਅਰ ਲਿਖਿਆ ਹਾਈ ਲੈਵਲ ਦੇ ਵਿੱਚ ਇਨਸਾਨਾਂ ਨੇ, ਹਿਊਮਨਸ ਨੇ। ਕਿਉਂਕਿ ਉਹਨੂੰ ਹਾਈ ਲੈਵਲ ਸਮਝ ਆਉਂਦੀ ਆ। ਜਿਵੇਂ C++, ਜਾਵਾ, ਵਿਜ਼ੂਅਲ ਬੇਸਿਕ ਹੈਗੀਆਂ ਤਾਂ ਕੰਪਿਊਟਰ ਦੀਆਂ ਲੈਂਗੁਏਜ ਨੇ, ਪਰ ਕੰਪਿਊਟਰ ਸਮਝਦਾ ਬਾਈਨਰੀ 'ਚ ਹੈ। ਇਹਦੇ ਵਿੱਚ ਲਿਖੇ ਹੋਏ ਪ੍ਰੋਗਰਾਮ ਨੂੰ ਉਹ ਟਰਾਂਸਲੇਟਰ ਦੁਆਰਾ ਕਨਵਰਟ ਕਰ ਲੈਂਦਾ। ਤਾਂ ਟਰਾਂਸਲੇਟਰ 3 ਤਰ੍ਹਾਂ ਦੇ ਹੁੰਦੇ ਨੇ, ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ। ਇਹ ਵੀ ਆਪਾਂ ਲੈਂਗੁਏਜ ਵਾਲੇ ਚੈਪਟਰ ਦੇ ਵਿੱਚ ਮੈਂ ਕਰਵਾਊਂਗਾ। ਕੰਪਾਈਲਰ ਦਾ ਕੀ ਕੰਮ ਹੁੰਦਾ, ਇੰਟਰਪ੍ਰੇਟਰ ਦਾ ਕੀ ਕੰਮ ਹੁੰਦਾ, ਅਸੈਂਬਲਰ ਦਾ ਕੀ ਕੰਮ ਹੁੰਦਾ। ਬਸ ਫਿਲਹਾਲ ਇੱਥੇ ਇੰਨੀ ਗੱਲ ਸਮਝਣੀ ਹੈ ਕਿ ਅਸੀਂ ਲਿਖਦੇ ਹਾਂ ਜਿਹੜੀ ਭਾਸ਼ਾ ਦੇ ਵਿੱਚ ਹਾਈ ਲੈਵਲ ਲੈਂਗੁਏਜ, ਉਹਨੂੰ ਸੋਰਸ ਕੋਡ ਬੋਲਦੇ ਹਾਂ, ਤੇ ਕੰਪਿਊਟਰ ਸਮਝਦਾ ਐਗਜ਼ੀਕਿਊਟੇਬਲ ਕੋਡ, ਮਸ਼ੀਨ ਕੋਡ ਜਾਂ ਆਬਜੈਕਟ ਕੋਡ ਦੇ ਵਿੱਚ। ਕਲੀਅਰ ਹੋਈ ਗੱਲ। ਤਾਂ ਹੁਣ ਸੌਫਟਵੇਅਰ 2 ਤਰ੍ਹਾਂ ਦੇ ਹੁੰਦੇ ਨੇ। ਸੌਫਟਵੇਅਰ ਓਪਨ ਸੋਰਸ ਹੋ ਸਕਦੇ ਨੇ, ਸੌਫਟਵੇਅਰ ਕਲੋਜ਼ ਸੋਰਸ ਹੋ ਸਕਦੇ ਨੇ। ਤੇ ਜਦੋਂ ਆਪਾਂ ਨੂੰ ਪਤਾ ਵੀ ਸੌਫਟਵੇਅਰ ਲਿਖਿਆ ਕਿਹੜੇ ਕੋਡ ਦੇ ਵਿੱਚ ਜਾਂਦਾ, ਹਾਈ ਲੈਵਲ ਲੈਂਗੁਏਜ 'ਚ ਲਿਖਿਆ ਜਾਂਦਾ, ਤੇ ਸੌਫਟਵੇਅਰ ਨੂੰ ਕੰਪਿਊਟਰ ਦੇ ਵਿੱਚ ਚਲਾਉਣ ਲਈ ਆਬਜੈਕਟ ਕੋਡ ਚਾਹੀਦਾ ਜਾਂ ਲੋ ਲੈਵਲ ਲੈਂਗੁਏਜ ਚਾਹੀਦੀ ਹੈ। ਹੁਣ ਆਪਾਂ ਕੋਈ ਵੀ ਕੰਪਨੀ ਸੌਫਟਵੇਅਰ ਲਿਖੂਗੀ ਹਾਈ ਲੈਵਲ ਲੈਂਗੁਏਜ ਦੇ ਵਿੱਚ, ਤੇ ਉਹਦਾ ਟਰਾਂਸਲੇਟਰ ਦੁਆਰਾ ਟਰਾਂਸਲੇਟ ਕਰਕੇ ਇੱਕ ਫਾਈਲ ਬਣ ਜੂਗੀ ਐਗਜ਼ੀਕਿਊਟੇਬਲ, ਜਿਵੇਂ hello-world.o ਦਾ ਮਤਲਬ ਆਬਜੈਕਟ, .c ਦਾ ਮਤਲਬ C ਲੈਂਗੁਏਜ ਦਾ ਕੋਡ ਐਕਸਟੈਂਸ਼ਨ। ਠੀਕ ਆ। ਤਾਂ ਕੰਪਿਊਟਰ ਦੇ ਵਿੱਚ ਇਹ ਵਾਲਾ ਚੱਲੂਗਾ। ਫਿਰ ਕੰਪਨੀ ਆਹ ਥੋੜੀ ਦੇਊਗੀ ਸਾਨੂੰ, ਤਾਂ ਉਹ ਕੱਲਾ ਆਹੀ ਸੌਫਟਵੇਅਰ ਦੇ ਦੇਣਗੇ। ਜਿਹੜਾ ਵੀ ਅਸੀਂ ਸੌਫਟਵੇਅਰ ਲੈਂਦੇ ਆ ਉਹਦੇ ਵਿੱਚ ਆਹ ਵਾਲੀ ਕੋਡਿੰਗ ਹੁੰਦੀ ਹੈ। ਇਹ ਕੋਡਿੰਗ ਤੋਂ ਸਾਨੂੰ ਕੁਝ ਨਹੀਂ ਸਮਝ ਆਉਂਦਾ, ਅਸੀਂ ਸੌਫਟਵੇਅਰ ਦੇਖ ਨਹੀਂ ਸਕਦੇ ਵੀ ਕਿਵੇਂ ਬਣਾਇਆ ਹੋਇਆ। ਫੋਰ ਐਗਜ਼ਾਮਪਲ, ਆਪਾਂ ਕਿਸੇ ਰੈਸਟੋਰੈਂਟ ਤੇ ਖਾਣਾ ਲੈ ਆਏ, ਹੈ ਨਾ, ਖਾਣਾ ਬੰਦੇ ਨੇ ਆਪਾਂ ਨੂੰ ਡਿਸ਼ ਵਧੀਆ ਬਣਾ ਕੇ ਦਿੱਤੀ, ਉਹ ਸਾਨੂੰ ਇਹ ਨਹੀਂ ਦੱਸੂਗਾ ਵੀ ਖਾਣਾ ਬਣਿਆ ਕਿਵੇਂ, ਰੈਸਪੀ ਨਹੀਂ ਦਿੰਦਾ ਕਦੇ ਵੀ। ਤਾਂ ਜੇ ਉਹ ਲਿਖ ਕੇ ਰੈਸਪੀ ਵੀ ਨਾਲ ਪਾ ਕੇ ਦੇ ਦੇਣ, ਫਿਰ ਅਗਲੀ ਵਾਰੀ ਥੋੜੀ ਜਾਵਾਂਗੇ ਆਪਾਂ ਉਹ ਢਾਬੇ ਤੇ, ਰੈਸਟੋਰੈਂਟ ਤੇ, ਕਹਾਂਗੇ ਅਸੀਂ ਆਪ ਬਣਾ ਲਾਂਗੇ। ਹੋ ਸਕਦਾ ਹੈ ਅਸੀਂ ਦੁਕਾਨ ਹੀ ਖੋਲ ਕੇ ਵੇਚਣਾ ਹੀ ਸ਼ੁਰੂ ਕਰ ਦਈਏ, ਪ੍ਰੋਫਿਟ ਕਮਾਉਣਾ ਸ਼ੁਰੂ ਕਰ ਦਈਏ, ਹੈ ਨਾ। ਤਾਂ ਕੀ ਹੋ ਗਿਆ, ਨੁਕਸਾਨ ਹੋ ਗਿਆ। ਤਾਂ ਕੰਪਨੀਆਂ ਵੀ ਇਹੀ ਕਰਦੀਆਂ ਨੇ ਕਿ ਸੌਫਟਵੇਅਰ ਦਾ ਆਹ ਵਾਲਾ ਹਾਈ ਲੈਵਲ ਵਾਲਾ ਕੋਡ ਆਪਾਂ ਨੂੰ ਦਿੰਦੇ ਨਹੀਂ, ਉਹ ਲੋ ਲੈਵਲ ਵਾਲਾ ਕੋਡ ਦੇ ਦਿੰਦੇ ਨੇ। ਤੇ ਇੱਥੋਂ ਸਾਨੂੰ ਪਤਾ ਨਹੀਂ ਲੱਗਦਾ ਸੌਫਟਵੇਅਰ ਕਿਵੇਂ ਬਣਦਾ। ਮਾਈਕਰੋਸਾਫਟ ਦੇ ਜਿੰਨੇ ਵੀ ਪ੍ਰੋਡਕਟ ਹੈ ਉਹ ਇਹ ਵਾਲਾ ਕੋਡ ਨਹੀਂ ਦਿੰਦੇ, ਉਹ ਇਹ ਵਾਲਾ ਕੋਡ ਹੀ ਦਿੰਦੇ ਨੇ ਜੋ ਅਸੀਂ ਕੁਝ ਵੀ ਨਹੀਂ ਕਰ ਸਕਦੇ। ਪਰ ਜੇ ਕੋਈ ਕੰਪਨੀ ਆਹ ਵਾਲਾ ਕੋਡ ਵੀ ਦੇ ਨਾਲ ਵੀ ਕੋਈ ਗੱਲ ਨਹੀਂ ਤੁਸੀਂ ਚੱਕੋ, ਤਾਂ ਉਸ ਨੂੰ ਬੋਲਿਆ ਜਾਂਦਾ ਓਪਨ ਸੋਰਸ। ਤੇ ਜੇ ਕੰਪਨੀ ਇਹ ਵਾਲਾ ਕੋਡ ਹੀ ਦੇਵੇ, ਆਹ ਨਾ ਦੇਵੇ, ਉਹਨੂੰ ਬੋਲਿਆ ਜਾਂਦਾ ਕਲੋਜ਼ਡ ਸੋਰਸ। ਕਲੋਜ਼ ਸੋਰਸ ਦੇ ਵਿੱਚ ਕਿਹੜੇ ਕਿਹੜੇ ਸੌਫਟਵੇਅਰ ਨੇ, ਜਿਵੇਂ ਵਿੰਡੋ ਹੈ, MS DOS ਹੈ ਨਾ, ਇਹ ਸਾਰੇ ਕੀ ਨੇ, ਕਲੋਜ਼ ਸੋਰਸ ਨੇ। ਇਹਨੂੰ ਪ੍ਰੋਪਰਾਈਟਰੀ ਸੌਫਟਵੇਅਰ ਵੀ ਬੋਲਿਆ ਜਾਂਦਾ, ਪ੍ਰੋਪਰਾਈਟਰੀ, ਪਤਾ ਨਹੀਂ TERY ਦਾ, ਪ੍ਰੋਪਰਾਈਟਰੀ ਸੌਫਟਵੇਅਰ ਮਤਲਬ ਕਿ ਲਾਇਸੈਂਸ ਕੰਪਨੀ ਦੇ ਕੋਲੇ ਹੁੰਦਾ। ਤੇ ਬਹੁਤ ਸਾਰੇ ਸੌਫਟਵੇਅਰ ਓਪਨ ਸੋਰਸ ਨੇ, ਜਿਵੇਂ ਲਾਈਨੈਕਸ, ਇਹ ਆਪਰੇਟਿੰਗ ਸਿਸਟਮ ਹੈ। ਤੇ ਫਿਰ ਆਪਣੇ ਕੋਲੇ Ubuntu, ਮੋਬਾਈਲ ਦਾ ਆਪਰੇਟਿੰਗ ਸਿਸਟਮ ਸਭ ਤੋਂ ਵੱਡਾ ਐਂਡਰੋਇਡ, ਗੂਗਲ ਕਰੋਮ,
ठीक है, ये आप पढ़ांगे वैसे ओपन सोर्स सॉफ्टवेयर किहड़े हुंदे ने, क्लोज सोर्स किहड़े हुंदे ने, मैं करवाऊंगा, बट इत्थे लोड सी ऑपरेटिंग सिस्टम दे विच आपां पढ़ांगे ना भी लाइनक्स ते Ubuntu ओपन सोर्स ने, ओपन सोर्स की हुंदे ने, ये गल पता होनी चाहिए। तां गल क्लीयर होगी। जिहड़े सॉफ्टवेयर दा हाई लैवल लैंगुएज दा कोड ओपनली अवेलेबल होवे, फ्रीली अवेलेबल होवे, उहनूं की बोलदे ने ओपन सोर्स। जिहदा कोड अवेलेबल ना होवे उहनूं ओपन सोर्स नहीं बोलदे आपां। एक गल होर, ते जिवें हुण आपां नैट तो आपां नूं जिवें विंडो आपां नूं फ्री मिलदी है, क्रैक कर लैंदे आपां नूं जरूरी तां नहीं हैगा भी पैसे पे करदे आ, उदां विंडो है पेड है। तां आपां ये पॉइंट भी तुसीं लिख सकदे हो, एवरी फ्रीवेयर इज नॉट ओपन सोर्स, एवरी फ्रीवेयर इज नॉट ओपन सोर्स। जे हुण कोई ढाबे वाला रेस्टोरेंट वाला है, वो खाना फ्री दे रहा, मैथड नहीं दस रहा, तो फिर ओपन सोर्स थोड़ी हो गया। तो हरेक फ्रीवेयर है जिहड़ा ओपन सोर्स नहीं होगा। ਜਾਂ ਇਹ कह लो भी कोई भी सॉफ्टवेयर वैबसाइट तो सानू फ्री डाउनलोड ਨੂੰ मिल गया, ਉਹਦਾ मतलब ਇਹ नहीं हैगा भी ਉਹਨਾਂ ਨੇ ਸਾਨੂੰ ਇਹ ਵਾਲਾ ਕੋਡ देता। ਇਸ ਨੂੰ भी ਹੁਣ सॉफ्टवेयर ਤਾਂ ਬਹੁਤ ਸਾਰੇ फ्री भी अवेलेबल ਨੇ, बट ओपन सोर्स नहीं ਹੁੰਦੇ, ਗੱਲ याद रखनी है। बट एवरी ओपन सोर्स इज फ्रीवेयर, बट जिहड़ा ओपन सोर्स है वो फ्री होगा। रेस्टोरेंट वाला कहता भी तुसीं मेथों मैथड लै जाओ, तुसीं गਾਹਾਂ मैथड बेचना नहीं। जिवें अपने नोट्स आ, अपने नोट्स ओपन सोर्स ने, ठीक है, आपां ना तुहाडे तो पैसे लए आ, ना आपां चाहुंदे आ भी अपने नोट्स ले जाके कोई अगला साडे नोट्सां तो पैसे कमावे। तो अपने नोट्स की ने, ओपन सोर्स नोट्स ने, सारा कुछ तुहाडे कोले है, ठीक है। सो आपां क्वेश्चन स्टार्ट करते हैं। ये वाली थ्योरी है इन्नी कि जिहड़ी ये हैल्प करूगी। यही आप तरीका लावांगे, थोड़ी जी जिन्नी जिहड़ा चैप्टर करया करांगे उहदे विच आपां जिन्नी थ्योरी दी लोड़ है मैं उन्नी करवा दिया करूँ, बाकी क्वेश्चनां दे नाल नाल, ठीक है। तो पहला क्वेश्चन हैगा दी कंप्यूटर डज नॉट बूट इन दी एबसेंस ऑफ विच ऑफ द फॉलोइंग सॉफ्टवेयर। डज नॉट बूट कहता, चुप करके आंसर ही ला देंगे आप, क्यों? क्योंकि मैं थ्योरी पढ़ ली। हुण ऑपरेटिंग सिस्टम तो बिना कंप्यूटर नहीं चल सकता। तो कुछ ऑपरेटिंग सिस्टम्स ने जिहड़े जरूरी ने, इन्हां चों बहुत सारे क्वेश्चन आते हैं। आ लिस्ट दे विचों यूनिक्स है 1969 दे विच लिखिया गया, किहड़ी भाषा दे विच? सी लैंगुएज दे विच। ते डिवेलपर कौन सी यूनिक्स दा? कैन थॉमसन ते डेनिस रिचे। स्टार्टिंग दे विच यूनिक्स है ना जिहड़ा असैंबली लैंगुएज दे विच लिखिया गया सी 1969 दे विच, बट मेन प्रॉब्लम की सी? डेनिस रिचे ते कैन थॉमसन ने देखिया कि यह इक्को ही ऑपरेटिंग सिस्टम ते चल सकदा सी, एक तो ज़्यादा ऑपरेटिंग सिस्टम ते नहीं चल सकदा सी। तो यह बड़ी बड़ी दिक्कत सी। फिर उन्होंने की कीता 1972 दे विच 1972 दे विच सी लैंगुएज लिखी सी। किहड़े बंदे ने? डेनिस रिचे ने, आह वाले बंदे ने, आह वाले बंदे ने। उन्होंने फादर ऑफ सी लैंगुएज भी कहा जाता, फादर ऑफ सी लैंगुएज बहुत इंपॉर्टेंट है, याद रखना है। हु इज द फादर ऑफ सी लैंगुएज? डेनिस रिचे। किहड़े साल लिखी ने? 1972 दे विच। तां फिर ऑपरेटिंग सिस्टम 1973 दे विच यूनिक्स रीराइट करता सी लैंगुएज सी लैंगुएज दे विच पोर्टेबिलिटी वधाउण दे लई, तां हरेक ऑपरेटिंग सिस्टम ते यह चल सकदा सी। क्लीयर हुई गल? तां याद रखनी है गल। तो यूनिक्स 1969 च सी लैंगुएज, कैन थॉमसन, डेनिस रिचे। MS DOS 1981 दे विच असैंबली ते सी लैंगुएज दे विच माइक्रोसॉफ्ट द्वारा। इहदी एब्रीवेशन भी पुछ लैंदा, माइक्रोसॉफ्ट डिस्क ऑपरेटिंग सिस्टम। ते विंडो सीगा 1985 दे विच, विंडो 1 एंटी न्यू टेक्नोलॉजी 95, 98, 2000 विजटा। XP हुंदा एक्सट्रीम प्रोग्रामिंग 7, 8, 8.1, 10 ते अजकल किहड़ी विंडो चल रही है? 11 चल रही है, ठीक है। ते विंडो सी ते C++ लिखी गई। डिवेलपर विंडो का कौन है? माइक्रोसॉफ्ट। लाइनक्स 1991 च रिटन किहड़ी लैंगुएज? सी ते असैंबली लैंगुएज। डिवेलपर कौन है? लाइनक्स टॉरवेल्ड, बहुत इंपॉर्टेंट है। तो ओपन सोर्स है। देखो हुण मैनू शब्द बोलता मैं ओपन सोर्स, तुहानूं नाल दी नाल समझ आ जाऊगा। पहले तीन ये ओपन सोर्स नहीं है, नॉट ओपन सोर्स, तो तुहानूं नाल दी नाल गल समझ आ जाऊगी। थ्योरी कराउण दा ये फायदा हुंदा है। लाइनक्स इज एक्चुअली यूनिक्स वेरीएंट, ये हैगा यूनिक्स का वेरीएंट है, बट यूनिक्स का ओपन सोर्स नहीं सी। कुछ हिस्सा यूनिक्स का ओपन सोर्स हैगा, सारा नहीं है, तां करके ये लाइनक्स प्योरली ओपन सोर्स आ। Ubuntu है सी ते असैंबली लैंगुएज। डिवेलपर कौन है? कैनोनिकल लिमिटेड, बहुत इंपॉर्टेंट है, पूछा गया। ओपन सोर्स है, तो यह लिनक्स का डिस्ट्रीब्यूशन है, ठीक है। थोड़ियां बहुत चेंजेस करके लिनक्स तो ही बनाए गए। मैक OS है, मैक OS हुंदा मैकिनटोश, मैकिनटोश। तो यह 2001 च बनिया C++ ते असैंबली लैंगुएज दे विच, ते डिवेलपर इहदा एप्पल है। ये गल्लां याद रखनियां, ठीक है।
ਤੇ ਕੁਝ ਇਸ ਤੋਂ ਬਾਅਦ ਮੋਬਾਈਲ ਆਪਰੇਟਿੰਗ ਸਿਸਟਮ ਨੇ, ਜਿਵੇਂ ਐਂਡਰੋਇਡ ਹੈ ਗੂਗਲ ਦਾ, ਜਾਵਾ ਲੈਂਗੁਏਜ ਲਿਖਿਆ ਗਿਆ, ਇਹ ਬਹੁਤ ਇੰਪੋਰਟੈਂਟ ਹੈ, ਪੁੱਛ ਲੈਂਦਾ। ਤੇ iOS ਐਪਲ ਦਾ ਹੈ, ਸਿੰਬੀਅਨ ਨੋਕੀਆ ਦਾ, ਬਾਬਾ ਹੈਗਾ ਸੈਮਸੰਗ ਦਾ। ਵਿੰਡੋ ਬੇਸਡ ਫੋਨ ਵੀ ਆਏ ਸੀ, ਮਾਈਕਰੋਸੌਫਟ ਨੇ ਕੱਢੇ ਸੀ, ਵਿੰਡੋ ਬੇਸਡ ਫੋਨ ਵੀ ਆਏ ਸੀ, ਚੱਲੇ ਨਹੀਂ ਬਟ ਇਹ ਫੇਲ ਹੋ ਗਏ ਸੀ। ਤੇ ਲਾਈਨਿਕਸ ਦੀਆਂ ਡਿਸਟਰੀਬਿਊਸ਼ਨਾਂ ਨੇ, ਜਿਵੇਂ ਰੈਡ ਹੈਟ, ਫਿਡੋਰਾ, ਸੈਂਟੋਸ, ਓਪਨ ਸੂਜ਼, ਡੇਬੀਅਨ, ਉਬੰਟੂ, K12, ਕੈਲੀ ਲਿਨਕਸ। ਇਹ ਉਹਦੀਆਂ ਡਿਸਟਰੀਬਿਊਸ਼ਨਾਂ ਕਿਵੇਂ ਨੇ? ਇਹ ਸਾਰੇ ਲਾਈਨਿਕਸ ਤੋਂ ਹੀ ਬਣੇ ਨੇ। ਜਿਵੇਂ ਕਿ ਇਹਨਾਂ ਦੇ ਵਿੱਚੋਂ ਜਿਹੜਾ ਕੈਲੀ ਲਿਨਕਸ ਹੈ ਇਹ ਹੈਕਰ ਦੇ ਲਈ ਹੈ। ਤੁਸੀਂ ਕੁਝ ਵੀ ਹੈਕ ਕਰਨਾ, ਕਿਸੇ ਦਾ ਤੁਸੀਂ ਪਾਸਵਰਡ ਹੈਕ ਕਰਨਾ, ਕਿਸੇ ਦਾ ਤੁਸੀਂ ਈਮੇਲ ਆਈਡੀ ਦਾ ਪਾਸਵਰਡ ਹੈਕ ਕਰਨਾ, ਕਿਸੇ ਦਾ ਤੁਸੀਂ ਵਾਈਫਾਈ ਹੈਕ ਕਰਨਾ, ਹੈ ਨਾ, ਤਾਂ ਉੱਥੇ ਕੈਲੀ ਲਿਨਕਸ ਦੇ ਵਿੱਚ ਬਹੁਤ ਸਾਰੇ ਟੂਲ ਉਵੇਂ ਦੇ ਪਏ ਨੇ ਜਿਹਦੇ ਨਾਲ ਹੈਕਿੰਗ ਹੋ ਜਾਂਦੀ ਆ। ਤਾਂ ਇਹ ਇਸ ਪਰਪਜ਼ ਦੇ ਲਈ ਹੈ, ਬਾਕੀ ਸਾਰੇ ਅਲੱਗ-ਅਲੱਗ ਪਰਪਜ਼ ਦੇ ਲਈ ਉਹਨਾਂ ਨੇ ਬਣਾਤੇ ਥੋੜੇ ਜਿਹੇ, ਠੀਕ ਆ। ਸੋ ਦੂਸਰਾ ਕੁਐਸਚਨ, ਯੂਨਿਕਸ ਹੈਜ਼ ਬੀਨ ਰਿਟਨ ਇਨ, ਯੂਨਿਕਸ ਕਿਹੜੀ ਭਾਸ਼ਾ 'ਚ ਲਿਖੀ ਹੋਈ? ਆਪਾਂ ਪੜ੍ਹ ਹੀ ਲਿਆ, ਸੀ ਦੇ ਵਿੱਚ, ਹੈ ਨਾ। ਕੈਨ ਥੌਮਸਨ ਤੇ ਡੈਨਿਸ ਰਿਚਰ ਨੇ 1969 'ਚ ਓਰੀਜਨਲੀ ਇਹ ਅਸੈਂਬਲੀ 'ਚ ਲਿਖੀ ਸੀ, ਬਟ 1973 ਦੇ ਵਿੱਚ ਸੀ ਲੈਂਗੁਏਜ ਦੇ ਵਿੱਚ। ਅਗਲਾ, ਇਨ ਵਿਚ ਈਅਰ ਵਾਜ ਦੀ ਵਰਜਨ 1.0 ਆਫ MS DOS ਲਾਂਚਡ। DOS ਕਹਿੰਦਾ ਕਿਹੜੇ ਸਾਲ ਲਾਂਚ ਹੋਇਆ? ਪਤਾ ਆਪਾਂ ਨੂੰ 1981 'ਚ, ਵਿੰਡੋ 85 'ਚ, ਹੈ ਨਾ। ਕਹਿੰਦਾ ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਆ ਡਿਜ਼ਾਇਰੇਬਲ ਕੁਆਲਿਟੀ ਜਾਂ ਕੁਆਲਿਟੀਜ਼ ਆਫ ਆਪਰੇਟਿੰਗ ਸਿਸਟਮ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜੀ ਆਪਰੇਟਿੰਗ ਸਿਸਟਮ ਦੀ ਡਿਜ਼ਾਇਰੇਬਲ ਕੁਆਲਿਟੀ ਹੈ? ਚੇਂਜੇਬਲ ਓਵਰ ਟਾਈਮ ਐਂਡ ਲੋ ਮੇਨਟੇਨੈਂਸ ਕਾਸਟ। ਆਪਾਂ ਚਾਹੁੰਦੇ ਹਾਂ ਵੀ ਆਪਰੇਟਿੰਗ ਸਿਸਟਮ ਹੈ ਜਿਹੜਾ ਸਮੇਂ ਨਾਲ ਚੇਂਜ ਹੁੰਦਾ ਰਹੇ। ਜਿਵੇਂ ਐਂਡਰੋਇਡ ਹੈ, ਜੇ ਆਪਾਂ ਅੱਜ ਤੋਂ 5 ਸਾਲ ਪਿੱਛੇ ਚੱਲ ਜਾਈਏ, ਇੰਨੇ ਫੀਚਰ ਨਹੀਂ ਸੀ ਜਿੰਨੇ ਅੱਜ ਫੀਚਰ ਨੇ ਆਪਰੇਟਿੰਗ ਸਿਸਟਮ ਦੇ ਵਿੱਚ। ਜਾਂ ਵਿੰਡੋ ਆਪਾਂ 5 ਸਾਲ XP ਦੇ ਚੱਲ ਜਾਈਏ, XP ਦਾ ਹੁਣ ਆਪਾਂ ਤਾਂ ਚਲਾਉਂਦੇ ਨਹੀਂ, ਪੁਰਾਣੇ ਤਾਂ ਚਲਾਈ ਜਾਂਦੇ ਆ। ਬੁੜੇ ਜਿਹੜੇ ਬੈਂਕਾਂ 'ਚ ਲੱਗੇ ਆ ਉਹ ਪਤੰਦਰ ਹਜੇ ਵੀ XP ਚਲਾਈ ਜਾਂਦੇ ਆ, ਜਾਂ 7 ਚਲਾਈ ਜਾਂਦੇ ਲੋਕ। ਉਹ ਸ਼ਿਫਟ ਹੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਉਹੀ ਵਧੀਆ ਲੱਗਦੀ ਹੈ। ਸੋ ਸਮੇਂ ਦੇ ਨਾਲ ਚੇਂਜ ਹੋਣਾ ਚਾਹੀਦਾ, ਬੰਦੇ ਨੂੰ ਅਪਡੇਟ ਹੋਣਾ ਚਾਹੀਦਾ। ਤਾਂ ਆਪਰੇਟਿੰਗ ਸਿਸਟਮ ਵੀ ਕੀ ਹੋਣਾ ਚਾਹੀਦਾ? ਚੇਂਜੇਬਲ ਓਵਰ ਟਾਈਮ। ਬਿਲਕੁਲ ਠੀਕ ਆ। ਮੇਨਟੇਨੈਂਸ ਕਾਸਟ ਘੱਟ ਤੋਂ ਘੱਟ ਹੋਵੇ। ਤੇ ਜੇ ਪੱਕੇ ਸ਼ਰਾਬੀ ਵਾਂਗੂ ਡੇਲੀ ਦਾ 100 ਰੁਪਈਆ ਦਾ ਖਰਚਾ ਹੋਵੇ ਆਪਰੇਟਿੰਗ ਸਿਸਟਮ ਦਾ, ਫਿਰ ਅਸੀਂ ਥੋੜਾ ਵਿੰਡੋ ਕਰਾਵਾਂਗੇ, ਮਹੀਨੇ 3000 ਰੁਪਏ ਦਾ ਇੱਧਰ ਹੀ ਵਗ ਜੇ। ਮੇਨਟੇਨੈਂਸ ਕਾਸਟ ਘੱਟ ਤੋਂ ਘੱਟ ਹੋਣੀ ਚਾਹੀਦੀ ਆ। ਤਾਂ ਗੱਲਾਂ ਦੋਨੇ ਠੀਕ ਨੇ ਫਿਰ। ਅਗਲਾ, ਉਬੰਟੂ ਆਪਰੇਟਿੰਗ ਸਿਸਟਮ ਇਜ਼ ਡਿਵੈਲਪਡ ਬਾਏ। ਉਬੰਟੂ ਕਿਹਨੇ ਬਣਾਇਆ ਸੀ? ਆਪਾਂ ਪੜ੍ਹ ਲਿਆ, ਕੈਨੋਨੀਕਲ ਲਿਮਟਿਡ ਨੇ, ਹੈ ਨਾ। 2004 'ਚ ਬਣਿਆ ਸੀ ਇਹ। ਲਿਨਕਸ ਦੇ ਡਿਸਟਰੀਬਿਊਸ਼ਨ ਹੈ, ਅਸੈਂਬਲੀ ਤੇ ਸੀ 'ਚ ਲਿਖਿਆ। ਅਗਲਾ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਯੂਨਿਕਸ ਆਪਰੇਟਿੰਗ ਸਿਸਟਮ। ਦੇਖੋ ਬਹੁਤ ਵਧੀਆ ਕੁਐਸਚਨ ਹੈ। ਆਪਾਂ ਮੈਂ ਦੱਸਿਆ ਤੁਹਾਨੂੰ, ਇਟ ਇਜ਼ ਏ ਪੋਰਟੇਬਲ ਮਤਲਬ ਕਿਸੇ ਵੀ ਕੰਪਿਊਟਰ ਤੇ ਅਸੀਂ ਇਹਨੂੰ ਇੰਸਟਾਲ ਕਰ ਸਕਦੇ ਹਾਂ। ਬਟ ਜਦੋਂ ਇਹ 1969 ਦੇ ਵਿੱਚ ਬਣਿਆ ਸੀ ਉਦੋਂ ਇਹ ਅਸੈਂਬਲੀ 'ਚ ਬਣਿਆ ਸੀ, ਤੇ ਉਦੋਂ ਇਹ ਪੋਰਟੇਬਲ ਨਹੀਂ ਸੀ, ਨੋਟ ਪੋਰਟੇਬਲ। ਫਿਰ 1973 ਦੇ ਵਿੱਚ ਇਹ ਕਿਹੜੀ ਲੈਂਗੁਏਜ 'ਚ ਲਿਖਿਆ ਗਿਆ? ਸੀ 'ਚ। ਤਾਂ ਫਿਰ ਇਹਦੇ ਵਿੱਚ ਪੋਰਟੇਬਿਲਿਟੀ ਸੀਗੀ। ਤਾਂ ਇਟ ਇਜ਼ ਰਿਟਨ ਇਨ ਅਸੈਂਬਲੀ ਲੈਂਗੁਏਜ? ਨਹੀਂ, ਇਟ ਇਜ਼ ਰਿਟਨ ਇਨ ਸੀ ਲੈਂਗੁਏਜ। ਜੇ ਇੱਥੇ ਪਾ ਦਿੰਦਾ ਆਪਸ਼ਨ 2, ਇਹ ਵੀ ਪਾ ਸਕਦਾ ਸੀ, ਓਰੀਜਨਲੀ ਇਟ ਵਾਜ਼ ਰਿਟਨ ਇਨ ਅਸੈਂਬਲੀ ਲੈਂਗੁਏਜ, ਫਿਰ ਇਹ ਠੀਕ ਹੋ ਜਾਣਾ ਸੀ। ਫਿਰ ਦੋਨੇ ਗੱਲਾਂ ਠੀਕ ਹੋ ਜਾਂਦੀਆਂ, ਜਿਵੇਂ ਆਪਾਂ ਪੜ੍ਹ ਹੀ ਲਿਆ ਇਹ, ਹੈ ਨਾ। ਤਾਂ ਹੁਣ ਇਹ ਪਹਿਲੀ ਠੀਕ ਹੈ ਗੱਲੀ, ਓਨਲੀ 1। ਕਰੈਕਟ ਪੁੱਛਿਆ, ਕਰੈਕਟ ਤੇ ਗੋਲਾ ਲਾਉਣਾ ਭੁੱਲ ਗਏ ਸੀ। ਗੋਲਾ ਨਹੀਂ ਛੱਡਣਾ ਆਪਾਂ, ਕਿਉਂਕਿ ਮੇਨ ਮਿਸਟੇਕ ਆਪਾਂ ਇੱਥੇ ਹੀ ਕਰਾਂਗੇ, ਠੀਕ ਆ। ਅਗਲਾ ਕੁਐਸਚਨ ਹੈ, ਡੈਸ਼ ਆਪਰੇਟਿੰਗ ਸਿਸਟਮ ਇਜ਼ ਮੋਸਟ ਪੋਪੂਲਰ ਯੂਨਿਕਸ ਵੇਰੀਐਂਟ ਐਂਡ ਇਜ਼ ਫ੍ਰੀ ਆਫ ਕਾਸਟ। ਆਪਾਂ ਨੂੰ ਪਤਾ ਹੀ ਹੈ ਫ੍ਰੀ ਆਫ ਕਾਸਟ ਕਿਹੜਾ? ਲਾਈਨਿਕਸ ਹੈ। ਕਿਉਂ? ਕਿਉਂਕਿ ਓਪਨ ਸੋਰਸ ਹੈਗਾ, ਔਰ ਐਂਡਰੋਇਡ ਵੀ ਓਪਨ ਸੋਰਸ ਹੈ ਤੇ ਫ੍ਰੀ ਆਫ ਕਾਸਟ ਹੈ। ਬਟ ਇਹ ਯੂਨਿਕਸ ਦਾ ਵੇਰੀਐਂਟ ਨਹੀਂ ਹੈਗਾ। ਯੂਨਿਕਸ ਦਾ ਵੇਰੀਐਂਟ ਪੁੱਛ ਲਿਆ, ਫ੍ਰੀ ਪੁੱਛ ਲਿਆ, ਤਾਂ ਲਾਈਨਿਕਸ ਆਨਸਰ ਆਊਗਾ, ਠੀਕ ਹੈ। ਇਹ ਬਰੀਕੀਆਂ ਨੇ ਛੋਟੀਆਂ। ਇਹ ਬਰੀਕੀਆਂ ਤਾਂ ਪਤਾ ਲੱਗਣਗੀਆਂ ਜੇ ਥਿਊਰੀ ਚੰਗੀ ਤਰ੍ਹਾਂ ਸਮਝਾਂਗੇ। ਜੇ ਇਕੱਲੇ ਕੁਐਸਚਨਾਂ ਤੇ ਗਦੀ ਗੇੜਾ ਪਾਈ ਰੱਖਾਂਗੇ ਫੇਰ ਨਹੀਂ ਗੱਲ ਬਣਦੀ, ਠੀਕ ਹੈ। ਹਾਂ, ਅਗਲਾ, ਵਿਚ ਆਪਰੇਟਿੰਗ ਸਿਸਟਮ ਇਜ਼ ਯੂਜ਼ਡ ਮੋਸਟਲੀ ਇਨ ਟਰਮਸ ਆਫ ਮੋਸਟ ਪਰਸੈਂਟੇਜ ਆਫ ਪੀਪਲ। ਕਹਿੰਦਾ ਜ਼ਿਆਦਾਤਰ ਕਿਹੜਾ ਵਰਤਿਆ ਜਾਂਦਾ? ਹੁਣ ਅਲੱਗ-ਅਲੱਗ ਆਪਰੇਟਿੰਗ ਸਿਸਟਮ ਨੇ। ਜੇ ਆਪਾਂ ਗੱਲ ਕਰੀਏ ਸਮਾਰਟਫੋਨ ਐਂਡ ਪਾਕਟ ਸਾਈਜ਼ ਡਿਵਾਈਸਿਸ ਦੀ, ਤਾਂ ਐਂਡਰੋਇਡ ਦੀ ਝੰਡੀ ਹੈ, 72% ਐਂਡਰੋਇਡ ਵਰਤਿਆ, ਇਹਦਾ ਸ਼ੇਅਰ ਮਾਰਕੀਟ ਹੈ। ਤੇ ਐਪਲ iOS ਹੈਗਾ 28%। ਜੇਕਰ ਆਪਾਂ ਸਮਾਰਟਫੋਨ ਦੀ ਗੱਲ ਕਰਦੇ ਹਾਂ। ਜੇ ਡੈਸਕਟਾਪ ਤੇ ਲੈਪਟਾਪ ਦੀ ਗੱਲ ਕਰਦੇ ਹਾਂ ਤਾਂ ਵਿੰਡੋ ਦੀ ਝੰਡੀ ਹੈ, 75% ਵਿੰਡੋ ਹੈ, ਤੇ ਮੈਕ OS ਹੈ 15%, ਤੇ ਲਿਨਕਸ ਬੇਸਡ 5%। ਤੇ ਜੇ ਟੈਬਲੇਟ ਦੀ ਗੱਲ ਕਰੀਏ ਤਾਂ ਫਿਰ ਆਈਪੈਡ OS ਹੈ ਐਪਲ ਦਾ 54%, ਉਹ ਸਭ ਤੋਂ ਅੱਗੇ ਹੈ, ਤੇ ਐਂਡਰੋਇਡ ਹੈਗਾ ਦੂਜੇ ਨੰਬਰ ਤੇ 46, ਠੀਕ ਹੈ। ਤੇ ਇੱਥੇ ਆਪਾਂ ਨੂੰ ਕੁਝ ਵੀ ਮੈਂਸ਼ਨ ਨਹੀਂ ਕੀਤਾ, ਤਾਂ ਬਾਈ ਡਿਫਾਲਟ ਅਸੀਂ ਡੈਸਕਟਾਪ ਦੀ ਗੱਲ ਕਰਾਂਗੇ ਤਾਂ ਵਿੰਡੋ ਆਨਸਰ ਲਾ ਦਾਂਗੇ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਆ ਗਿਆ, ਗੋਲਾ ਮਾਰਾਂਗੇ, ਇਜ਼ ਨੋਟ ਐਨ ਆਪਰੇਟਿੰਗ ਸਿਸਟਮ।
DOS भी ऑपरेटिंग सिस्टम है, iOS भी है, लाइनक्स भी है, स्पॉटिफाई नहीं हैगा। ਇਹ ਕੀ ਹੈ? ਆਡੀਓ ਪਲੇਟਫਾਰਮ ਹੈ, ਤੁਹਾਨੂੰ ਪਤਾ ਹੋਣਾ, ਗਾਣੇ ਗੁਣੇ ਸੁਣਦੇ ਹੋਵੋਗੇ ਹੈ ਨਾ, ਤਾਂ ਸਪੋਟੀਫਾਈ ਜਿਹੜਾ ਆਨਸਰ ਹੈ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਏ ਫੰਕਸ਼ਨ ਆਫ ਆਪਰੇਟਿੰਗ ਸਿਸਟਮ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜਾ ਫੰਕਸ਼ਨ ਨਹੀਂ ਹੈ। ਪਹਿਲਾਂ ਆਪਾਂ ਆਪਰੇਟਿੰਗ ਸਿਸਟਮ ਦੇ ਫੰਕਸ਼ਨ ਦੇਖ ਲੈਂਦੇ ਹਾਂ, ਡਿਟੇਲ ਦੇ ਵਿੱਚ ਆਪਾਂ ਨੈਕਸਟ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਮੀਡੀਅਮ ਲੈਵਲ 'ਚ ਇੱਥੇ ਨਾਮ ਪੜ੍ਹ ਲੈਂਦੇ ਹਾਂ, ਥੋੜ੍ਹਾ ਥੋੜ੍ਹਾ ਦੱਸ ਦਿੰਦਾ। ਜਿਵੇਂ ਬੂਟਿੰਗ ਆਪਰੇਟਿੰਗ ਸਿਸਟਮ ਦਾ ਫੰਕਸ਼ਨ ਹੈ, ਬੂਟਿੰਗ ਸਟਾਰਟ ਕਰਦਾ ਕੰਪਿਊਟਰ ਨੂੰ, ਮੈਮਰੀ ਨੂੰ ਮੈਨੇਜ ਕਰਦਾ, ਡੇਟਾ ਦੀ ਸਿਕਿਉਰਿਟੀ ਪ੍ਰੋਵਾਈਡ ਕਰਦਾ, ਲੋਡਿੰਗ ਐਂਡ ਐਗਜ਼ੀਕਿਊਸ਼ਨ ਫਾਈਲਾਂ ਨੂੰ ਲੋਡ ਕਰ ਸਕਦੇ ਹਾਂ, ਐਗਜ਼ੀਕਿਊਟ ਕਰ ਸਕਦੇ ਹਾਂ, ਡਿਸਕ ਤੇ ਡਰਾਈਵ ਨੂੰ ਮੈਨੇਜ ਕਰ ਸਕਦੇ ਹਾਂ, ਡਿਵਾਈਸ ਨੂੰ ਕੰਟਰੋਲ ਕਰ ਸਕਦੇ ਹਾਂ, ਯੂਜ਼ਰ ਇੰਟਰਫੇਸ ਪ੍ਰੋਵਾਈਡ ਕਰਦਾ ਕਿ ਯੂਜ਼ਰ ਇੰਟਰਫੇਸ GUI ਹੈ ਕਿ CLI ਹੈ। GUI ਹੁੰਦਾ ਗ੍ਰਾਫਿਕਲ ਯੂਜ਼ਰ ਇੰਟਰਫੇਸ ਤੇ CLI ਹੁੰਦਾ ਕਮਾਂਡ ਲਾਈਨ ਇੰਟਰਫੇਸ। ਪ੍ਰੋਸੈਸ ਨੂੰ ਮੈਨੇਜ ਕਰਦੇ ਆ, ਫਾਈਲਾਂ ਨੂੰ ਮੈਨੇਜ ਕਰਦਾ, ਸ਼ਡਿਊਲਿੰਗ ਆਫ ਰਿਸੋਰਸਿਸ ਐਂਡ ਜੌਬ, ਰਿਸੋਰਸਿਸ ਨੂੰ ਮੈਨੇਜ ਕਰਦਾ ਤੇ ਜੌਬ ਨੂੰ ਮੈਨੇਜ ਕਰਦਾ। ਤਾਂ ਫਿਰ ਟਾਈਮ ਮੈਨੇਜਮੈਂਟ ਇਹਦਾ ਆਨਸਰ ਨਹੀਂ ਹੈਗਾ, ਫਾਈਲ ਮੈਨੇਜਮੈਂਟ, ਮੈਮਰੀ ਤੇ ਪ੍ਰੋਸੈਸ ਇਹਦੇ ਆਨਸਰ ਹੈਗੇ ਨੇ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਆਪਰੇਟਿੰਗ ਸਿਸਟਮ। ਕਹਿੰਦਾ ਹੇਠ ਲਿਖਿਆਂ ਚੋਂ ਕਿਹੜਾ ਆਪਰੇਟਿੰਗ ਸਿਸਟਮ ਨਹੀਂ ਹੈਗਾ? ਵਿੰਡੋ ਹੈਗਾ, ਯੂਨਿਕਸ ਵੀ ਹੈਗਾ, ਲਿਨਕਸ ਵੀ ਹੈਗਾ, ਮਾਈਕਰੋਸਾਫਟ ਐਜ ਹੈ, ਇਹ ਕੀ ਹੈਗਾ? ਬਰਾਊਜ਼ਰ। ਤੇ ਇੱਕ ਇਹ ਤੇ ਇੱਕ ਇੰਟਰਨੈਟ ਐਕਸਪਲੋਰਰ, ਇਹ ਕੀ ਨੇ? ਡਿਫਾਲਟ ਬਰਾਊਜ਼ਰ ਨੇ, ਡਿਫਾਲਟ ਬਰਾਊਜ਼ਰ ਆਫ ਵਿੰਡੋਜ਼। ਮਾਈਕਰੋਸਾਫਟ ਵਿੰਡੋ ਦੇ ਵਿੱਚ ਪਹਿਲਾਂ ਇੰਟਰਨੈਟ ਐਕਸਪਲੋਰਰ ਚੱਲਦਾ ਸੀ ਤੇ ਅੱਜ ਕੱਲ੍ਹ ਕੀ ਆਉਣ ਲੱਗ ਗਿਆ? ਮਾਈਕਰੋਸਾਫਟ ਐਜ ਆਉਣ ਲੱਗ ਗਿਆ। ਇਹ ਵੀ ਗੱਲ ਯਾਦ ਰੱਖਣੀ ਹੈ, ਤਾਂ B ਆਨਸਰ ਹੈ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਆਪਰੇਟਿੰਗ ਸਿਸਟਮ। ਦੇਖੋ, ਨਾਟ ਐਨ ਆਪਰੇਟਿੰਗ ਸਿਸਟਮ ਕਾਹਦਾ? ਸਮਾਰਟਫੋਨ ਦਾ। ਵਿੰਡੋ, ਸਫਾਰੀ ਐਂਡਰੋਇਡ ਤੇ iOS ਹੈਗਾ, ਐਂਡਰੋਇਡ ਵੀ ਹੈਗਾ। ਵਿੰਡੋ 'ਚ ਸਾਨੂੰ ਸ਼ੱਕ ਹੈ, ਇਹ ਮੈਂ ਦੱਸ ਚੁੱਕਿਆ ਕਿ ਵਿੰਡੋ ਬੇਸਡ ਫੋਨ ਵੀ ਆਏ ਸੀ, ਅੱਜ ਕੱਲ੍ਹ ਵੀ ਆਉਂਦੇ ਆ ਪਰ ਇੰਨੇ ਚੱਲੇ ਨਹੀਂ। ਤਾਂ ਸਫਾਰੀ ਜਿਹੜਾ ਆਨਸਰ ਹੈ, ਸਫਾਰੀ ਆਪਣੇ ਕੋਲੇ, ਇਹ ਮੈਨੂੰ ਧਿਆਨ 'ਚ ਨਹੀਂ ਹੈਗਾ ਵੀ ਸਫਾਰੀ ਕੀ ਹੈ। ਤੁਸੀਂ ਮੈਸੇਜ ਕਰੋ ਕਿ ਇਹ ਸਰਚ ਇੰਜਨ ਹੈ ਕਿ ਵੈਬ ਬਰਾਊਜ਼ਰ ਹੈ। ਸਰਚ ਇੰਜਨ 1 ਤੇ 2 ਹੈਗਾ ਵੈਬ ਬਰਾਊਜ਼ਰ। ਤੁਸੀਂ ਕਮੈਂਟ ਕਰਕੇ ਦੱਸੋ, ਇਹ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਨੂੰ, ਮੈਂ ਦੱਸ ਦੂੰਗਾ ਫਿਰ ਕਿਹਦਾ ਸਹੀ ਆ। ਸਫਾਰੀ ਜਿਹੜਾ ਹੈ ਸਰਚ ਇੰਜਨ ਹੈ ਕਿ ਵੈਬ ਬਰਾਊਜ਼ਰ ਹੈ? ਠੀਕ ਹੈ ਜੀ, ਤਾਂ ਇਹਦਾ ਫਿਰ B ਆਨਸਰ ਹੋ ਜੂ। ਉਹਨੇ ਨੋਟ ਪੁੱਛ ਲਿਆ ਨਾ ਆਪਾਂ ਨੂੰ, ਤਾਂ ਕਰਕੇ B ਆਨਸਰ ਹੈ। ਅਗਲਾ, ਇਹ ਪ੍ਰੋਗਰਾਮ ਦੈਟ ਐਕਟਸ ਐਜ਼ ਦੇ ਇੰਟਰਮੀਡੀਏਟ ਬਿਟਵੀਨ ਦੀ ਯੂਜ਼ਰ ਆਫ ਏ ਕੰਪਿਊਟਰ ਐਂਡ ਕੰਪਿਊਟਰ ਹਾਰਡਵੇਅਰ। ਆਪਾਂ ਦੱਸ ਹੀ ਦਿੱਤਾ, ਜਿਹੜਾ ਇੰਟਰਮੀਡੀਏਟ ਬਿਟਵੀਨ ਯੂਜ਼ਰ ਐਂਡ ਯੂਜ਼ਰ ਹਾਰਡਵੇਅਰ ਦੇ ਵਿੱਚ ਕਿਹੜਾ ਹੁੰਦਾ? ਉਹ ਆਪਰੇਟਿੰਗ ਸਿਸਟਮ। D ਆਨਸਰ ਹੈ। ਅਗਲਾ, ਵਾਟ ਇਜ਼ ਐਨ ਆਪਰੇਟਿੰਗ ਸਿਸਟਮ? ਕਹਿੰਦਾ ਆਪਰੇਟਿੰਗ ਸਿਸਟਮ ਕੀ ਹੈ? ਇੰਟਰਫੇਸ ਬਿਟਵੀਨ ਦੀ ਹਾਰਡਵੇਅਰ ਐਂਡ ਐਪਲੀਕੇਸ਼ਨ। ਇਹ ਵੀ ਗੱਲ ਬਿਲਕੁਲ ਠੀਕ ਆਪਾਂ ਪੜ੍ਹ ਲਿਆ। ਕਲੈਕਸ਼ਨ ਆਫ ਪ੍ਰੋਗਰਾਮਸ ਦੈਟ ਮੈਨੇਜਸ ਹਾਰਡਵੇਅਰ ਰਿਸੋਰਸ, ਇਹ ਵੀ ਆਪਾਂ ਦੇਖ ਲਿਆ। ਆਪਰੇਟਿੰਗ ਸਿਸਟਮ ਬਹੁਤ ਸਾਰੇ ਪ੍ਰੋਗਰਾਮਾਂ ਤੋਂ ਮਿਲ ਕੇ ਬਣਿਆ ਹੁੰਦਾ। ਸਿਸਟਮ ਸਰਵਿਸ ਪ੍ਰੋਵਾਈਡਰ ਟੂ ਦੀ ਐਪਲੀਕੇਸ਼ਨ ਸਾਫਟਵੇਅਰ, ਇਹ ਵੀ ਗੱਲ ਠੀਕ ਆ। ਐਪਲੀਕੇਸ਼ਨ ਸਾਫਟਵੇਅਰ ਨੂੰ, ਜਿਹੜਾ ਆਪਰੇਟਿੰਗ ਸਿਸਟਮ ਹੈ ਐਪਲੀਕੇਸ਼ਨ ਸਾਫਟਵੇਅਰ ਨੂੰ ਸਰਵਿਸ ਪ੍ਰੋਵਾਈਡ ਕਰਦਾ। ਠੀਕ ਆ, ਸਿਸਟਮ ਸਰਵਿਸ ਪ੍ਰੋਵਾਈਡਰ ਹੈ ਇਹ। ਤਾਂ ਆਲ ਆਫ ਦੀ ਅਬਵ ਮੈਂਸ਼ਨ ਠੀਕ ਆ। 15ਵਾਂ ਸੌਰੀ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਆਪਰੇਟਿੰਗ ਸਿਸਟਮ। ਦੇਖੋ ਕਿੰਨੇ ਕੁਐਸਚਨ ਆਉਂਦੇ ਆ ਵੀ ਕੀ ਇਹ ਆਪਰੇਟਿੰਗ ਸਿਸਟਮ ਹੈਗਾ ਕਿ ਨਹੀਂ ਹੈਗਾ, ਹੈ ਨਾ। ਤਾਂ ਇਹ ਹੈਗਾ ਆਪਣੇ ਕੋਲੇ ਓਰੈਕਲ। ਓਰੈਕਲ ਇੱਕ ਡੇਟਾਬੇਸ ਹੈ, ਬਾਕੀ ਸਾਰੇ ਆਪਰੇਟਿੰਗ ਸਿਸਟਮ ਨੇ। ਕਹਿੰਦਾ ਵੈਨ ਵਰ MS ਵਿੰਡੋ ਆਪਰੇਟਿੰਗ ਸਿਸਟਮ ਪ੍ਰਪੋਜ਼ਡ, ਇਹ 1985 'ਚ। DOS ਵੀ ਪੁੱਛ ਲਿਆ ਉਹਨੇ 81 'ਚ ਤੇ ਵਿੰਡੋ 85 'ਚ, ਬਹੁਤ ਇੰਪੋਰਟੈਂਟ ਹੈ। ਅਗਲਾ, ਵੈਨ ਯੂ ਡਿਲੀਟ ਏ ਫਾਈਲ ਇਨ ਯੂਅਰ ਕੰਪਿਊਟਰ ਵੇਅਰ ਡਜ਼ ਇਟ ਗੋ। ਜਦੋਂ ਫਾਈਲ ਨੂੰ ਆਪਾਂ ਡਿਲੀਟ ਕਰ ਦਿੰਦੇ ਹਾਂ ਉਹ ਕਿੱਥੇ ਜਾਂਦੀ ਆ? ਪਹਿਲੀ ਗੱਲ ਤਾਂ ਇਹ ਵੀ ਜਦੋਂ ਅਸੀਂ ਕੈਫੇ ਤੇ ਜਾਂਦੇ ਹਾਂ, ਉੱਥੇ ਅਸੀਂ ਫਾਰਮ ਭਰਦੇ ਹਾਂ, ਆਪਦੀ ਫੋਟੋ ਤੇ ਸਿਗਨੇਚਰ, ਉੱਥੇ ਉਹ ਆਪਾਂ ਨੂੰ ਸੇਵ ਨਹੀਂ ਕਰਨੇ ਚਾਹੀਦੇ। ਇੱਕ ਵਾਰੀ ਤਾਂ ਸੇਵ ਕਰਨੇ ਪੈਣਗੇ, ਫਿਰ ਡਿਲੀਟ ਕਰ ਦਿਓ। ਤਾਂ ਦੋ ਚੀਜ਼ਾਂ ਨੇ, ਇੱਕ ਹੁੰਦਾ ਡਿਲੀਟ, ਇੱਕ ਹੁੰਦਾ ਸ਼ਿਫਟ ਡਿਲੀਟ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਪੁੱਛਿਆ ਗਿਆ। ਡਿਲੀਟ ਤੇ ਸ਼ਿਫਟ ਡਿਲੀਟ। ਇਹ ਫਾਈਲ ਡਿਲੀਟ ਕਰ ਦਿੰਦੇ ਆ ਤਾਂ ਆਪਾਂ ਰੀਸਾਈਕਲ ਬਿਨ 'ਚ ਚੱਲ ਜਾਂਦੀ ਹੈ, ਤੇ ਇਹ ਫਾਈਲ ਡਿਲੀਟ ਹੋ ਕੇ ਪਰਮਾਨੈਂਟਲੀ ਡਿਲੀਟ ਹੋ ਜਾਂਦੀ ਹੈ, ਰੀਸਾਈਕਲ ਬਿਨ 'ਚ ਨਹੀਂ ਜਾਂਦੀ। ਰੀਸਾਈਕਲ ਬਿਨ ਕੀ ਹੁੰਦਾ? ਮੰਨ ਲਓ C ਡਰਾਈਵ ਹੈ, ਇਹ C ਡਰਾਈਵ 100 GB ਦੀ ਸਪੇਸ ਹੈ। ਇੱਥੋਂ ਆਪਾਂ ਕੋਈ 5 GB ਦੀ ਫਾਈਲ ਡਿਲੀਟ ਕਰਤੀ, ਫਾਈਲ ਇੱਥੋਂ ਦਿਖਣੋਂ ਹਟ ਜੂਗੀ, ਬਟ ਫਾਈਲ ਕਿੱਥੇ ਚੱਲ ਜੂਗੀ? ਰੀਸਾਈਕਲ ਬਿਨ 'ਚ ਚੱਲ ਜੂਗੀ। ਤੇ ਹਰੇਕ ਡਰਾਈਵ ਦਾ ਆਪਣਾ ਰੀਸਾਈਕਲ ਬਿਨ ਹੁੰਦਾ। ਜੇ ਤੁਹਾਡੇ ਕੋਲ 2 ਡਰਾਈਵਾਂ ਨੇ ਤਾਂ 2 ਰੀਸਾਈਕਲ ਬਿਨ ਹੋਣਗੇ, ਤੇ ਉਹਦਾ ਲਿੰਕ ਹੁੰਦਾ ਬਾਹਰ, ਇੱਕ ਉਹ ਡੱਬਾ ਜਿਹਾ ਬਣਿਆ ਹੁੰਦਾ
ਉਹ ਡੱਬਾ ਜਿਹਾ ਇਹੋ ਜਿਹਾ ਹੁੰਦਾ ਮੈਨੂੰ ਲੱਗਦਾ, ਇਹੋ ਜਿਹਾ ਡੈਸਕਟਾਪ ਤੇ ਜਦੋਂ ਇਹਨੂੰ ਫ੍ਰੀ ਕਰ ਦਿੰਦੇ ਆ ਤਾਂ ਸਾਰਾ ਕੁਝ ਡਿਲੀਟ ਹੋ ਜਾਂਦਾ। ਠੀਕ ਆ, ਤਾਂ ਇਹ ਇੰਪੋਰਟੈਂਟ ਗੱਲ ਇਹ ਆ ਵੀ ਜਦੋਂ ਫਾਈਲ ਨੂੰ ਡਿਲੀਟ ਕਰ ਦਿੰਦੇ ਆ ਉਹ ਪਰਮਾਨੈਂਟਲੀ ਡਿਲੀਟ ਨਹੀਂ ਹੁੰਦੀ, ਉਹ ਰੀਸਾਈਕਲ ਬਿਨ ਦੇ ਵਿੱਚ ਸੇਵ ਹੋ ਜਾਂਦਾ ਜਿੱਥੋਂ ਆਪਾਂ ਰੀਸਟੋਰ ਕਰ ਸਕਦੇ ਹਾਂ। ਬਟ ਜੇਕਰ ਅਸੀਂ ਸ਼ਿਫਟ ਪਲੱਸ ਡਿਲੀਟ ਕੀ ਪ੍ਰੈਸ ਕਰ ਦਾਂਗੇ ਤਾਂ ਫਾਈਲ ਕੀ ਹੁੰਦੀ ਹੈ, ਪਰਮਾਨੈਂਟਲੀ ਡਿਲੀਟ, ਤਾਂ ਫਿਰ ਉਹ ਕਿੱਥੇ ਜਾਂਦਾ, ਰੀਸਾਈਕਲ ਬਿਨ ਦੇ ਵਿੱਚ। ਯਾਦ ਰੱਖਣਾ, ਬਹੁਤ ਇੰਪੋਰਟੈਂਟ ਗੱਲ ਆ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਆਪਰੇਟਿੰਗ ਸਿਸਟਮ। ਕਿਹੜਾ ਆਪਰੇਟਿੰਗ ਸਿਸਟਮ ਹੈ? ਜਿਹੜਾ MS ਐਕਸੈਸ ਹੈ ਇਹ ਡੇਟਾਬੇਸ ਹੈ, MS ਐਕਸਲ ਸਪਰੈਡਸ਼ੀਟ ਹੈ, ਵਰਡ ਆਪਣੇ ਕੋਲ ਇਹ ਵੀ ਆਫਿਸ ਦਾ ਟੂਲ ਹੈ, ਤਾਂ MS ਵਿੰਡੋ ਜਿਹੜਾ ਹੈ ਆਪਰੇਟਿੰਗ ਸਿਸਟਮ ਹੈ। ਠੀਕ ਹੈ, ਦੇਖੋ ਸਬ ਇੰਸਪੈਕਟਰ ਦਾ 2021 ਦਾ ਕੁਐਸਚਨ ਹੈ, 20 ਅਗਸਤ ਦਾ ਕੁਐਸਚਨ ਹੈ, ਤੇ ਇਹ ਮੈਂ ਦੱਸ ਹੀ ਚੁੱਕਿਆ ਸਾਰੇ, ਇਹਦੇ ਵਿੱਚੋਂ ਪੜ੍ਹ ਲਿਓ, ਜੇ ਨਹੀਂ ਪੜ੍ਹੇ ਸਕਰੀਨਸ਼ਾਟ ਲੈ ਲਿਓ। ਤਾਂ 22 ਅਗਸਤ ਨੂੰ ਉਹਦੇ ਨਾਲ ਦਾ ਹੀ ਫੇਰ ਆ ਗਿਆ। ਦੇਖੋ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਏ ਕਰੈਕਟ ਐਗਜ਼ਾਮਪਲ ਆਫ ਆਪਰੇਟਿੰਗ ਸਿਸਟਮ। ਦੇਖੋ ਉਹਦੇ ਨਾਲ ਦਾ ਹੀ ਘੁੰਮ ਘੁਮਾ ਕੇ ਪੈ ਜਾਂਦਾ, ਐਂ ਪਾਏ ਜਾਂਦੇ ਨੇ ਪੇਪਰਾਂ ਦੇ ਵਿੱਚ ਕੁਐਸਚਨ, ਤਾਂ ਪੁਰਾਣੇ ਕੁਐਸਚਨ ਹੀ ਕੰਮ ਆਉਂਦੇ ਨੇ ਆਪਾਂ ਨੂੰ। ਹੁਣ ਤਾਂ ਪ੍ਰੂਫ ਹੋ ਗਿਆ ਹੋਣਾ ਤੁਹਾਨੂੰ, ਹਨਾ, ਤਾਂ ਹੁਣ ਛੱਡਣਾ ਨਹੀਂ ਹੈਗਾ ਕੋਈ ਵੀ। ਫਿਰ MS ਵਰਡ, ਮੈਕ OS ਆਪਰੇਟਿੰਗ ਸਿਸਟਮ ਹੈਗਾ, ਲਾਈਨਕਸ ਵੀ ਹੈਗਾ, ਵਿੰਡੋ NT ਵੀ ਹੈਗਾ, ਤਾਂ ਆਨਸਰ ਫਿਰ ਕੀ ਹੋ ਗਿਆ, MS ਵਰਡ। ਠੀਕ ਹੈ, ਨੋਟ ਏ ਕਰੈਕਟ ਐਗਜ਼ਾਮਪਲ ਆਫ ਆਪਰੇਟਿੰਗ ਸਿਸਟਮ। ਅਗਲਾ MS DOS ਇਜ਼ ਓਨਡ ਬਾਈ, ਆਪਾਂ ਨੂੰ ਪਤਾ ਮਾਈਕਰੋਸੌਫਟ ਦਾ, ਵਿੰਡੋ ਤੇ DOS ਕਿਹਦਾ ਹੈ, ਮਾਈਕਰੋਸੌਫਟ ਦਾ। ਇਹਦੇ ਵਿੱਚ ਮੈਂ ਲਿਖਿਆ ਹੀ ਹੋਇਆ ਦੇਖੋ, DOS ਮਾਈਕਰੋਸੌਫਟ। ਅਗਲਾ ਵਿਚ ਆਫ ਦੀ ਫੋਲੋਇੰਗ ਇਜ਼ ਐਨ ਆਪਰੇਟਿੰਗ ਸਿਸਟਮ ਸੌਫਟਵੇਅਰ। ਇਹ ਹੁਣੀ ਹੋਇਆ 25 ਸਤੰਬਰ ਨੂੰ TSS ਕਾਡਰ ਦਾ, ਟੈਕਨੀਕਲ ਸਪੋਰਟ ਐਂਡ ਸਰਵਿਸ। ਦੇਖੋ ਇਹਦੇ ਵਿੱਚ ਵੀ ਵੈਸੇ ਇਹਨੂੰ ਆਪਾਂ ਲੈਵਲ 3 ਦੇ ਵਿੱਚ ਰੱਖਦੇ ਹਾਂ, ਹਾਰਡ ਲੈਵਲ ਦੇ ਵਿੱਚ ਇਹ ਪੇਪਰਾਂ ਨੂੰ, ਪਰ ਸੌਖੇ ਕੁਐਸਚਨ ਵੀ ਹੁੰਦੇ ਨੇ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਹਰੇਕ ਪੇਪਰ ਦੇ ਵਿੱਚ ਹਾਰਡ ਵਾਲੇ ਦੇ ਵਿੱਚ ਸਾਰੇ ਹਾਰਡ ਪਾਏ ਜਾਂਦੇ ਨੇ। ਇਹ ਹੁੰਦਾ ਵੀ ਜੇ 10 ਕੁਐਸਚਨ ਨੇ, 10 ਦੇ ਵਿੱਚੋਂ 6 ਬਹੁਤ ਬੇਸਿਕ ਹੁੰਦੇ ਨੇ, 4 ਦਾ ਥੋੜਾ ਜਿਹਾ ਲੈਵਲ ਚੱਕ ਦਿੰਦਾ। ਠੀਕ ਆ, ਤਾਂ ਇਹਦੇ ਵਾਲੇ ਆਪਾਂ 6 ਕਰਾਂਗੇ, ਕਿਉਂ ਨਹੀਂ ਕਰਾਂਗੇ? ਹੋ ਸਕਦਾ ਉਹ ਜਿਹੜਾ ਬੰਦੇ ਨੇ ਤੁਹਾਡਾ ਪੇਪਰ ਪਾਣਾ PSSB ਵਾਲਿਆਂ ਨੇ, ਉਹ ਇਹਨਾਂ ਪੇਪਰਾਂ ਚੋਂ ਚੱਕ ਲੈਣ, ਉਹਨਾਂ ਨੂੰ ਲੱਗੂਗਾ ਵੀ ਔਖਿਆਂ ਜਿਹੇ ਚੋਂ ਚੱਕ ਕੇ ਥੋੜਾ ਬਹੁਤ ਬਦਲ ਲੈਂਦੇ ਆ, ਤਾਂ ਕਰਕੇ ਮੈਂ ਕਰਾ ਰਿਹਾ ਇਹ। ਠੀਕ ਆ, ਤਾਂ ਅਸੀਂ ਵੱਡੇ ਲੈਵਲ ਤੇ ਜਾਣਾ। ਤੁਸੀਂ ਕੋਈ ਹੋਰ ਸਬਜੈਕਟ ਦੀਆਂ ਵੀਡੀਓ ਵੀ ਦੇਖ ਰਹੇ ਹੋ, ਸੌਖਾ ਕੰਮ ਜਾਂ ਨਹੀਂ ਕਰੀ ਜਾਣਾ ਵੀ ਉਹ ਬਸ ਠੀਕ ਆ ਜੀ, ਠੀਕ ਆ ਗੱਲਬਾਤ ਹੈ, ਤਾਂ ਹੀ ਤਾਂ ਪੇਪਰ ਨਹੀਂ ਕਲੀਅਰ ਹੁੰਦਾ। ਜੇ ਕੰਮ ਕਰਨ ਲੱਗ ਗਏ, ਜੇ ਲੈਵਲ ਇੰਨਾ ਚਾਹੀਦਾ ਤਾਂ ਘੱਟੋ ਘੱਟ ਸਾਡੀ ਤਿਆਰੀ ਆਹ ਲੈਵਲ ਤੱਕ ਦੀ ਹੋਣੀ ਚਾਹੀਦੀ ਹੈ, ਤਾਂ ਫਿਰ ਆਹ ਤਾਂ ਸਾਨੂੰ ਹੀ ਲੱਗੂਗਾ ਵੀ ਕੁਝ ਵੀ ਨਹੀਂ ਸੀ, ਬੜਾ ਸੌਖਾ ਆਇਆ ਸੀ ਪੇਪਰ, ਹੈ ਨਾ। ਤਾਂ ਹਜੇ ਬੜਾ ਟਾਈਮ ਪਿਆ, ਮਿਹਨਤ ਕਰੋ, ਟਾਈਮ ਸੈੱਟ ਕਰੋ। ਮੈਂ ਕਹਿੰਦਾ ਕੰਪਿਊਟਰ ਦੇ ਲਈ 2 ਘੰਟੇ ਕੱਢ ਲਓ, 1 ਘੰਟੇ ਦੇ ਵਿੱਚ ਵੀਡੀਓ ਦੇਖੋ, ਐਨਾਲਿਸਿਸ, ਕਿਉਂਕਿ ਵੀਡੀਓ ਹੋਵੇ ਭਾਵੇਂ ਅੱਧੇ ਘੰਟੇ ਦੀ, ਦੇਖਣ ਦੇ ਲਈ ਘੰਟਾ ਲੱਗ ਜਾਂਦਾ। ਹੌਲੀ ਹੌਲੀ ਰੋਕ ਕੇ ਨੋਟਸ ਵੀ ਬਣਾਉਣੇ ਪੈਂਦੇ ਨੇ, ਤੇ ਅੱਧਾ ਘੰਟਾ ਸਵੇਰੇ ਉਹਦੀ ਰਿਵੀਜ਼ਨ ਕਰ ਲਓ ਜਿੰਨਾ ਪਿੱਛੇ ਕੰਮ ਹੋ ਗਿਆ, ਤਾਂ ਇੰਨਾ ਸਫੀਸ਼ੀਐਂਟ ਹੈ। ਬਾਕੀ ਸਬਜੈਕਟਾਂ ਦੀ ਵੀ ਟਾਈਮ ਮੈਨੇਜਮੈਂਟ ਕਰ ਲਓ, ਹੈ ਨਾ, ਤਾਂ ਹੋ ਹੀ ਨਹੀਂ ਸਕਦਾ ਤੁਹਾਡਾ ਪੇਪਰ ਫਸ ਜੇ। ਤਾਂ ਕੁਐਸਚਨ ਦੇਖਦੇ ਹਾਂ ਆਪਾਂ, ਫੋਲੋਇੰਗ ਇਜ਼ ਏ ਆਪਰੇਟਿੰਗ ਸਿਸਟਮ ਸੌਫਟਵੇਅਰ। MS PowerPoint ਨਹੀਂ ਹੁੰਦਾ, ਐਕਸੈਸ ਵੀ ਨਹੀਂ ਹੁੰਦਾ, ਐਕਸਲ ਵੀ ਨਹੀਂ ਹੁੰਦਾ, ਤਾਂ ਆਨਸਰ ਕੀ ਹੈ, iOS। ਠੀਕ ਆ, ਅਗਲਾ ਇਹ ਵੀ ਟੈਕਨੀਕਲ ਸਪੋਰਟ ਐਂਡ ਸਰਵਿਸ ਕਾਡਰ ਦਾ ਹੀ ਹੈ, 25 ਸਤੰਬਰ ਦਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਆਪਰੇਟਿੰਗ ਸਿਸਟਮ ਇਜ਼ ਸਪੈਸ਼ਲੀ ਡਿਜ਼ਾਈਨਡ ਫॉर ਸਮਾਰਟਫੋਨ। ਸਮਾਰਟਫੋਨ ਵਾਸਤੇ ਕਿਹੜਾ ਹੁੰਦਾ ਹੈ? ਵਿੰਡੋ ਵੀ ਹੁੰਦਾ ਹੈ, ਪਰ ਸਪੈਸ਼ਲੀ ਪੁੱਛ ਰਿਹਾ, ਸਪੈਸ਼ਲੀ ਤਾਂ ਐਂਡਰੋਇਡ ਆ। ਵਿੰਡੋ ਦੇ ਫੋਨ ਆਏ ਸੀ ਪਰ ਇੰਨੇ ਚੱਲੇ ਨਹੀਂ, DOS ਨਹੀਂ ਹੈਗਾ, ਯੂਨਿਕਸ ਵੀ ਨਹੀਂ ਹੈਗਾ, ਤਾਂ ਆਨਸਰ C ਆ। ਦੇਖੋ ਆ ਸਮਾਰਟਫੋਨ ਦੇ ਸਾਰੇ ਮੈਂ ਆਪਰੇਟਿੰਗ ਸਿਸਟਮ ਦੱਸੇ ਹੋਏ ਨੇ, ਐਂਡਰੋਇਡ। ਠੀਕ ਹੈ, MS DOS ਸਟੈਂਡਸ ਫॉर ਮਾਈਕਰੋਸੌਫਟ ਡਿਸਕ ਆਪਰੇਟਿੰਗ ਸਿਸਟਮ, ਤਾਂ ਇੱਥੇ ਮਾਈਕਰੋਸੌਫਟ ਆਉਣਾ ਸੀਗਾ, ਮਾਈਕਰੋਸੌਫਟ ਟਾਈਪਿੰਗ ਮਿਸਟੇਕ ਹੈ ਮੇਰੀ, ਮਾਈਕਰੋਸੌਫਟ ਡਿਸਕ ਆਪਰੇਟਿੰਗ ਸਿਸਟਮ, ਯਾਦ ਰੱਖਣੀ ਹੈ ਗੱਲ। ਠੀਕ ਹੈ, ਸੋ ਇਹ ਸੀਗੇ ਚੌਥਾ ਚੈਪਟਰ ਆਪਰੇਟਿੰਗ ਸਿਸਟਮ ਦੇ ਕੁਐਸਚਨ ਬੇਸਿਕ ਲੈਵਲ ਦੇ। ਸੋ ਨੈਕਸਟ ਪਾਰਟ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮੀਡੀਅਮ ਲੈਵਲ ਦੇ ਕੁਐਸਚਨ। ਥੈਂਕ ਯੂ।